ਵਾਹਿਗੁਰੂ ਸਾਹਿਬ ਜੀ। ਗੁਰ ਗੋਬਿੰਦ ਗੋਪਾਲ ਗੁਰ, ਗੁਰ ਪੂਰਨ ਨਾਰਾਇਣ ਹੈ। ਗੁਰ ਦਇਆਲ ਸਮਰੱਥ ਗੁਰ, ਗੁਰ ਨਾਨਕ ਪਤਿਤ ਉਦਾਹਰਣ ਹੈ। ਭਉ ਜਲ ਬਿਖਮ ਅਸਗਾਹੋ, ਗੁਰ ਬੋਹਿਥੈ ਤਾਰਿਅਮ। ਨਾਨਕ ਪੂਰ ਕਰਮ, ਸਤਿਗੁਰ ਚਰਣੀ ਲੱਗਿਆ। ਧੰਨ ਧੰਨ ਗੁਰਦੇਵ, ਜਿਸ ਸੰਗ ਹਰ ਜਪੀ। ਗੁਰ ਕਿਰਪਾਲ ਜਬ ਭਈ, ਤਾ ਅਵਗੁਣ ਸਭ ਛਪੀ। ਮੈਂ ਨਾਹੀ ਕਿਛ ਹਉ ਨਹੀਂ, ਕਿਛ ਆਹੇ ਨਾ ਮੋਰਾ। ਅਵਸਰ ਲੱਜਾ ਰਾਖ ਲਿਹੋ, ਸਦਨਾ ਜਨ ਤੋਰਾ। ਕਹਾਂ ਬੁੱਧ ਪ੍ਰਭ ਤੁਛ ਹਮਾਰੀ, ਵਰਨ ਸਕੋ ਮਹਿਮਾ ਜੋ ਤਿਹਾਰੀ। ਹਮ ਨਾ ਸਕਤ ਕਰ ਸਿਫਤ ਤੁਮਾਰੀ, ਆਪ ਲੇਹੋ ਤੁਮ ਕਥਾ ਸੁਧਾਰੀ। ਹਮ ਨਾ ਸਕਤ ਕਰ ਸਿਫਤ ਤੁਮਾਰੀ, ਆਪ ਲੇਹੋ ਤੁਮ ਕਥਾ ਸੁਧਾਰੀ। ਸਹਿਜ ਸੁਭਾਈ, ਪਰਸਿਆ ਗੁਰੂ ਕੈ। ਜਨਮ ਮਰਨ ਦੁਖ ਜਾਈ, ਤੁਖ ਸਮਦੀ। ਨੂਰ ਅਰਸੋਂ ਕੁਰਸੋਂ ਚਟੀਐ, ਡਿਠੇ ਸੱਚੇ ਪਾਤਸ਼ਾਹ। ਮਲ ਜਨਮ ਜਨਮ ਦੀ ਕਟੀਐ, ਸੱਜਣ ਸੱਚਾ ਪਾਤਸ਼ਾਹ। ਸਿਰ ਸ਼ਾਹਾਂ ਦੈ ਸ਼ਾਹੋ, ਜਿਸ ਪਾਸ ਬੈਠਿਆ ਸੋਹੀਐ। ਸਭਨਾਂ ਦਾ ਵਿਸਾਹੋ। ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਰਾਗ ਆਸਾ ਮਹੱਲਾ ਪਹਿਲਾ। ਛੰਤ ਘਰ ਦੂਜਾ। ਇਕ ਓੰਕਾਰ, ਸਤਿਗੁਰ ਪ੍ਰਸਾਦਿ। ਤੂੰ ਸਭਨੀ ਥਾਈ, ਜਿਥੈ ਹੋ ਜਾਈ। ਸਾਚਾ ਸਿਰਜਣਹਾਰ ਜੀਓ, ਸਭਨਾ ਕਾ ਦਾਤਾ ਕਰਮ ਵਿਦਾਤਾ। ਦੁਖ ਵਿਸਾਰਣਹਾਰ ਜੀਓ, ਤੂੰ ਸਭਨੀ ਥਾਈ, ਜਿਥੈ ਹੋ ਜਾਈ। ਸਾਚਾ ਸਿਰਜਣਹਾਰ ਜੀਓ, ਸਭਨਾ ਕਾ ਦਾਤਾ ਕਰਮ ਵਿਦਾਤਾ। ਦੁਖ ਵਿਸਾਰਣਹਾਰ ਜੀਓ, ਦੁਖ ਵਿਸਾਰਣਹਾਰ। ਸੁਆਮੀ ਕੀਤਾ ਜਾ ਕਾ ਹੋਵੈ,
कोट कोटंतर पापा कीरे एक कड़ी मह खूबे। हंस से हंसा बाग से बग्गा काट काट करे विचार जियो। तू सबनी थाई जिथे हो जाई साचा सिर जनहार जियो। जिन एक मन ध्याया तिन सुख पाया ते बिरले संसार जियो। तिन जाम नेड़ न आवे गुर शब्द कमावे कबहू न आवे हार जियो। ते कबहू न हार है हर हर गुण सार है। तिन जाम नेड़ न आवे जम्मन मरण तिना का चूका। जो हर लागी पावे गुरमत हर रस हर फल पाया। हर हर नाम उर तार जियो। जिन एक मन त्याया तिन सुख पाया ते बिरले संसार जियो। जिन जग तू पाया तंदै लाया तिसै बिटो कुर्बान जियो। ताकि सेव करी जय लाहा लीजै हर दरगह पाइयै मान जियो। हर दरगह मान सोई जन पावै जो नर एक पछाणै। ओह नव निध पावै गुरमत हर ध्यावै नित हर गुण आख बखाणै। निस नाम तिसै का लीजै हरि उत्तम पुरख परदान जियो। जिन जग तू पाया तंधै लाया हाँ तिस बिटो हाँ तिसै बिटो कुर्बान जियो। नाम लैना से सोहे तिन सुख फल होवै मान है से जिण जाहे जियो। तिन फल टोट न आवे जा तिस पावै जे जुग केते जाहे जियो। जे जुग केते जाहे स्वामी तिन फल टोट न आवे। तिन जरा न मरना नरक न परना जो हर नाम त्यावै। हर हर करह से सूकह नाहि हर हर करह से सूकह नाहि। नानक पीड़ न खाए जियो। नाम लैन से सोहे तिन सुख फल होवै मान है से जिण जाहे जियो। हर हर करह से सुख नाहि नानक पीड़ न खाए जियो। नाम लैना से सोहे तिन सुख फल होवै मान है से जिण जाहे जियो। वाहिगुरु जी का खालसा वाहिगुरु जी की फतेह। साहिबे जमीनो जमा साहिबे मकीनो मकां साहिबे जिस्मो जां वाली दो जहां मुजस्मे आबे हयात मुर्शिद आलम परवरदगार कुल आलम दे सहनशाह चबर छतर तख्त सिंघासना दे मालिक
ਗੁਰਦੇਵ ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਅਰ ਪਵਿੱਤਰ ਹਜ਼ੂਰੀ ਅੰਦਰ ਸੁਸੱਜਤ ਬੈਠੀ ਸਮੂਹ ਗੁਰ ਰੂਪ ਗੁਰ ਖਾਲਸਾ ਸਾਧ ਸੰਗਤ, ਆਪਾਂ ਸਮਸਤ ਮਾਈ ਭਾਈ ਸੰਗਤਾਂ ਵਡਭਾਗੇ ਹਾਂ ਜੋ ਅੰਮ੍ਰਿਤ ਵੇਲੇ ਦੇ ਦੀਵਾਨ ਦੇ ਵਿੱਚ ਨੌਵੇਂ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਦਰ ਘਰ ਗੁਰਦੁਆਰਾ ਸ੍ਰੀ ਦੂਖ ਨਿਵਾਰਨ ਸਾਹਿਬ ਜੀ ਵਿਖੇ ਪਾਵਨ ਦੀਵਾਨ ਦੇ ਵਿੱਚ ਸਜ ਕਰਕੇ ਹਾਜ਼ਰੀਆਂ ਲਵਾ ਕਰਕੇ ਲਾਹੇ ਪ੍ਰਾਪਤ ਕਰ ਰਹੇ ਹਾਂ। ਅੰਮ੍ਰਿਤ ਵੇਲੇ ਤੋਂ ਹੀ ਸਤਿਗੁਰਾਂ ਦੇ ਸੋਹਣੇ ਦੀਵਾਨ ਸਜੇ ਹਨ। ਸਜੇ ਦੀਵਾਨਾਂ ਦੇ ਅੰਦਰ ਆਪਾਂ ਅੰਮ੍ਰਿਤਮਈ ਬਾਣੀਆਂ ਦੇ ਜਾਪ ਹਰ ਰਸ ਕੀਰਤਨ ਦਾ ਆਨੰਦ ਮਾਣਿਆ। ਸਤਿਗੁਰਾਂ ਦੇ ਪਾਵਨ ਮੁਖ ਵਾਕ ਦੀ ਵਿਚਾਰ ਦਾ ਸਮਾਂ ਹੋਇਆ। ਆਓ ਪਾਵਨ ਗੁਰ ਸ਼ਬਦ ਦੀ ਵਿਚਾਰ ਦੇ ਨਾਲ ਜੁੜ ਕਰਕੇ ਗੁਰ ਰਤਨਾਂ ਦਾ ਲਾਹਾ ਮਾਣੀਏ। ਪਾਵਨ ਵਿਚਾਰ ਦੀ ਆਰੰਭਤਾ ਤੋਂ ਪਹਿਲਾਂ ਆਓ ਇੱਕ ਵਾਰ ਮਨ ਬਿਰਤੀਆਂ ਨੂੰ ਇਕਾਗਰ ਕਰਕੇ ਰਸਨਾ ਨੂੰ ਪਵਿੱਤਰ ਕਰੀਏ। ਪ੍ਰੇਮ ਅਦਾਇਬ ਦੇ ਸਮੇਤ ਜਪਣਾ ਕਰੋ। ਆਖੋ ਸਾਧ ਸੰਗਤ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਰਾਗ ਆਸਾ ਮਹੱਲਾ ਪਹਿਲਾ। ਸ਼ੰਤ ਘਰ ਦੂਜਾ। ਇਕ ਓੰਕਾਰ ਸਤਿਗੁਰ ਪ੍ਰਸਾਦ। ਸਤਿਕਾਰਯੋਗ ਸਾਧ ਸੰਗਤ, ਸ੍ਰੀ ਹਜ਼ੂਰ ਜੀ ਫਰਮਾਉਂਦੇ ਨੇ ਰਾਗ ਆਸਾ। ਆਸਾ ਪਾਵਨ ਰਾਗ ਦਾ ਨਾਮ ਹੈ। ਮਹੱਲਾ ਪਹਿਲਾ ਅਰਥਾਤ ਪਹਿਲੇ ਪਾਤਸ਼ਾਹ ਜਾਹਰ ਪੀਰ ਜਗਤ ਗੁਰ ਬਾਬਾ ਆਪ ਅਕਾਲ ਸਰੂਪ ਆਪ ਨਾਰਾਇਣ ਕਲਾ ਧਾਰ ਜਗ ਮਹਿ ਪਰਵਰਿਓ। ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ। ਜੋਤ ਰੂਪ ਹਰ ਆਪ ਗੁਰ ਨਾਨਕ ਕਹਾਇਓ। ਤਾਤੇ ਅੰਗਦ ਭਇਓ ਤਤ ਸਿਓ ਤਤ ਮਿਲਾਇਓ। ਆਪ ਅਕਾਲ ਪੁਰਖ ਦਾ ਸਵਰੂਪ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਆਸਾ ਰਾਗ ਦੇ ਵਿੱਚ ਸ਼ੰਤ ਅਰਥਾਤ ਕਾਵ ਅਰ ਸੰਗੀਤ ਦਾ ਸੁਮੇਲ ਕਰਕੇ ਸਤਿਗੁਰੂ ਮਹਾਰਾਜ ਸਾਹਿਬ ਪਾਵਨ ਸ਼ਬਦ ਉਚਾਰਨ ਕਰਦੇ ਨੇ ਜੋ ਦੂਜੇ ਸੁਰਤਾਲ ਦੇ ਵਿੱਚ ਗਾਇਨ ਕੀਤਾ ਜਾਂਦਾ ਹੈ। ਇਕ ਓੰਕਾਰ ਸਤਿਗੁਰ ਪ੍ਰਸਾਦ। ਤੂੰ ਸਭਨੀ ਥਾਈ ਜਿਥੈ ਹੋ ਜਾਈ। ਸਾਚਾ ਸਿਰਜਣਹਾਰ ਜੀਓ। ਗੁਰਦੇਵ ਜੀ ਨੇ ਫਰਮਾਇਆ ਇੱਕ ਓੰਕਾਰ। ਇੱਕ ਅਰਥਾਤ ਅਦੁੱਤੀ। ਦੁਤੀ ਇਹ ਸੰਸਕ੍ਰਿਤ ਦਾ ਅੱਖਰ ਹੈ ਜਿਹਦਾ ਅਰਥ ਹੁੰਦਾ ਦੋ। ਦੂਜਾ ਅਦੁੱਤੀ ਦੂਜੇ ਤੋਂ ਰਹਿਤ, ਜਿਹਦੇ ਵਰਗਾ ਦੂਜਾ ਹੋਰ ਕੋਈ ਨਾ ਹੋਵੇ। ਅਰਥਾਤ ਜੋ ਇੱਕ ਹੈ, ਜੋ ਅਵਲ ਹੈ, ਜਿਹਦੇ ਵਰਗਾ ਦੂਜਾ ਹੋਰ ਕੋਈ ਨਹੀਂ, ਉਹਨੂੰ ਭਾਈ ਇੱਕ ਆਖਿਆ ਜਾਂਦਾ। ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਇੱਕ ਹੈ। ਓੰਕਾਰ ਜੋ ਸਰਬ ਪ੍ਰਕਾਸ਼ਕ ਹੈ, ਅਰਥਾਤ ਸਾਰੇ ਜੀਵਾਂ ਦਾ ਕਰਤਾ ਧਰਤਾ ਤੇ ਹਰਤਾ। ਕਰਤਾ ਸਾਰੇ ਜਗਤ ਦਾ ਰਚੇਤਾ, ਧਰਤਾ ਸਾਰੇ ਜਗਤ ਨੂੰ ਧਾਰਨ ਕਰਕੇ ਪਾਲਣਹਾਰਾ, ਤੇ ਹਰਤ ਸਾਰੇ ਜਗਤ ਦੀ ਲੈਤਾ ਕਰ ਦੇਣ ਵਾਲਾ। ਐਸਾ ਜੋ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੈ, ਉਹ ਇੱਕ ਅਰਥਾਤ ਇੱਕੋ ਹੀ ਆ, ਉਹਦੇ ਵਰਗਾ ਦੂਜਾ ਹੋਰ ਕੋਈ ਨਹੀਂ ਹੈ। ਉਸ ਇੱਕ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ ਜੀਵਨ 'ਚ ਪਾਇਆ ਕਿਵੇਂ ਜਾਂਦਾ, ਉਸ ਨਿਰਾਕਾਰ ਦੀ ਪ੍ਰਾਪਤੀ ਕਿਵੇਂ ਹੁੰਦੀ ਹੈ। ਤੇ ਸਾਹਿਬ ਜੀ ਕਹਿੰਦੇ ਸਤਿਗੁਰ ਪ੍ਰਸਾਦ। ਜਦ ਸਤ ਸਰੂਪ ਗੁਰ ਪ੍ਰਸਾਦ ਕਰਦੇ ਨੇ, ਅਰਥਾਤ ਕਿਰਪਾ ਕਰਦੇ ਨੇ। ਸਤ ਸਰੂਪ ਗੁਰੂ ਪੂਰੇ ਗੁਰਾਂ ਦੀ ਪ੍ਰਸਾਦ ਕਿਰਪਾ ਦੇ ਦੁਆਰਾ
ਇੱਕ ਪਰਮੇਸ਼ਰ ਨੂੰ, ਅਕਾਲ ਪੁਰਖ ਨੂੰ ਜੀਵਨ ਦੇ ਵਿੱਚ ਪਾਇਆ ਜਾਂਦਾ, ਪ੍ਰਾਪਤ ਕੀਤਾ ਜਾਂਦਾ। ਤੂੰ ਸਭਨੀ ਥਾਈ ਜਿੱਥੈ ਹੋ ਜਾਈ, ਸਾਚਾ ਸਿਰਜਣਹਾਰ ਜੀਓ। ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਉਪਮਾ ਕਰਦੇ ਆ, ਉਸ ਮਾਲਕ ਦਾ ਸਤੋਤਰ ਕਰਦੇ ਆ, ਉਹਦੀ ਸਤੁਤੀ ਕਰਦੇ ਆ, ਜਸ ਕਰਦੇ ਆ। ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜਸ ਦੇ ਵਿੱਚ ਪਾਵਨ ਬਚਨ ਫਰਮਾਉਂਦੇ ਨੇ, ਤੂੰ ਸਭਨੀ ਥਾਈ ਜਿੱਥੈ ਹੋ ਜਾਈ, ਸਾਚਾ ਸਿਰਜਣਹਾਰ ਜੀਓ। ਹੇ ਅਕਾਲ ਪੁਰਖ ਵਾਹਿਗੁਰੂ ਜੀ, ਆਪ ਜੀ ਸੱਚੇ ਹੋ। ਸੱਚ ਤੋਂ ਭਾਵ ਮਹਾਰਾਜ ਆਪ ਜੀ ਸਦੀਵੀ ਵਿਚਰਨ ਵਾਲੇ ਹੋ। ਸਤਿਗੁਰੂ ਜੀ ਆਪ ਜੀ ਅਬਨਾਸੀ ਹੋ। ਆਪ ਜੀ ਤਰਈ ਕਾਲ ਆਬਾਦੋ, ਤਰਈ ਕਾਲ ਆਬਾਦਤਵੰ ਇਤੀ ਸਤਤਵੰ। ਜੋ ਤਿੰਨਾਂ ਸਮਿਆਂ ਦੇ ਵਿੱਚ ਆਬਾਦ ਰਹਿਣ ਵਾਲਾ, ਉਸੇ ਨੂੰ ਸੱਤ ਆਖਿਆ ਜਾਂਦਾ। ਉਹ ਸੱਚ ਹੈ ਜੋ ਅਬਨਾਸੀ ਹੈ। हे ਮਹਾਰਾਜ, ਆਪ ਜੀ ਸਤ ਸਰੂਪ ਹੋ, ਸਦੀਵੀ ਰਹਿਣ ਵਾਲੇ ਹੋ, ਸਿਰਜਣਹਾਰ, ਸਾਰੀ ਦੁਨਿਆਈ ਦੀ, ਸਾਰੀ ਜਗਤ ਦੀ ਸਿਰਜਣਾ ਆਪ ਕਰਨ ਵਾਲੇ ਹੋ। हे ਮਹਾਰਾਜ, ਆਪ ਜੀ ਸਭ ਥਾਵਾਂ ਤੇ ਵਿਆਪਕ ਹੋ। ਮੈਂ ਜਿੱਥੇ ਵੀ ਜਾਂਦਾ ਹਾਂ ਇਸ ਸਰੀਰ ਕਰਕੇ, ਮਨ ਬਿਰਤੀ ਕਰਕੇ, ਮਨ ਇੰਦਰੀਆਂ ਕਰਕੇ ਜਿੱਥੇ ਵੀ ਜਾਂਦਾ ਹਾਂ, ਸਭਨਾ ਥਾਵਾਂ ਦੇ ਉੱਪਰ, ਹਰੇਕ ਕਣ ਦੇ ਉੱਪਰ, ਸਾਰੀ ਖਲਕਤ ਦੇ ਵਿੱਚ ਆਪ ਜੀ ਵਿਆਪਕ ਹੋ। ਸਭਨਾ ਕਾ ਦਾਤਾ ਕਰਮ ਵਿਦਾਤਾ, ਦੁਖ ਵਿਸਾਰਣ ਹਾਰ ਜੀਓ। हे ਮਹਾਰਾਜ, ਆਪ ਜੀ ਵਿਧਾਤੇ, ਸਾਰੇ ਜਗਤ ਦੀ ਵਿਧ ਦੇ ਬਣਾਉਣ ਵਾਲੇ ਰਚੇਤੇ ਹੋ। ਸਭਨਾ ਕਾ ਦਾਤਾ ਕਰਮ ਵਿਧਾਤਾ, ਆਪ ਜੀ ਸਾਰੇ ਜੀਵਾਂ ਦੇ ਦਾਤੇ ਹੋ। ਸਾਰੇ ਜੀਵਾਂ ਨੂੰ ਆਪ ਜੀ ਦਾਤਾਂ ਦੇ ਕਰਕੇ ਨਿਹਾਲ ਕਰਦੇ ਹੋ। ਮਹਾਰਾਜ, ਆਪ ਜੀ ਤੋਂ ਬਿਨਾ ਕੋਈ ਦੂਜਾ ਦਾਤਾ ਨਹੀਂ ਹੈ, ਕਿਉਂਕਿ ਦੱਦਾ ਦਾਤਾ ਇੱਕ ਹੈ, ਸਭ ਕੋ ਦੇਵਨਹਾਰ। ਦੇਂਦੇ ਟੋਟ ਨਾ ਆਵਈ, ਅਗਣਤ ਭਰੇ ਭੰਡਾਰ। ਜਦ ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਸ਼ਮੇਰ ਪਰਬਤ ਤੇ ਗਏ ਤੇ ਗੁਰਦੇਵ ਦੇ ਥਾਈਂ 84 ਸਿੱਧਾਂ ਨੇ ਪੁੱਛਣਾ ਕੀਤਾ, हे ਗੁਰੂ ਨਾਨਕ ਸਾਹਿਬ ਮਹਾਰਾਜ, ਆਪ ਜਿਸ ਕਰਤਾਰ ਦੀ ਗੱਲ ਕਰਦੇ ਹੋ, ਆਪ ਜਿਸ ਨਿਰਾਕਾਰ ਦੀ ਗੱਲ ਕਰਦੇ ਹੋ, ਕੀ ਉਹ ਦਾਤਾ ਵੀ ਹੈ? ਕੀ ਦਾਤਾ ਵੀ ਦਿੰਦਾ ਹੈ? ਤੇ ਮਹਾਰਾਜ ਸਾਹਿਬ ਜੀ ਨੇ ਆਖਿਆ, ਹਾਂ ਭਾਈ, ਉਹ ਤੋਂ ਸਾਰੇ ਮੰਗਦੇ ਨੇ, ਉਹ ਸਾਰਾ ਦਾਤਾ, ਸਭ ਦਾ ਦਾਤਾ। ਆਖ ਹੈ ਮੰਗਾ ਹੈ ਦੇਹ ਦੇਹ, ਦਾਤ ਕਰੇ ਦਾਤਾਰ। ਸਾਰੇ ਉਸ ਅਕਾਲ ਪੁਰਖ ਪਾਸੋਂ ਆਖ ਕੇ ਮੰਗਦੇ ਆ, ਦੇਹ ਦੇਹ, ਸਾਨੂੰ ਵੀ ਦੇ, ਸਾਨੂੰ ਵੀ ਦੇ। ਸਭ ਦੀਆਂ ਆਪੋ ਆਪਣੀਆਂ ਲੋੜਾਂ, ਆਪੋ ਆਪਣੀਆਂ ਮੰਗਾਂ। ਕੋਈ ਦੁੱਧ ਮੰਗਦਾ ਹੈ, ਕੋਈ ਪੁੱਤ ਮੰਗਦਾ ਹੈ, ਕੋਈ ਧਨ ਮੰਗਦਾ ਹੈ, ਕੋਈ ਉਪਜੀਵਕਾ ਮੰਗਦਾ ਹੈ, ਕੋਈ ਚੰਗੀ ਸਿਹਤ ਮੰਗਦਾ ਹੈ, ਕੋਈ ਤੰਦਰੁਸਤੀ ਮੰਗਦਾ। ਇਸ ਸਾਹਿਬ ਦੇ ਦਰ ਤੇ ਆ ਕੇ ਸਾਰੀ ਮੰਗਦੇ ਨੇ ਤੇ ਸਾਰੀ ਮੰਗਤੇ ਨੇ। ਇਸ ਕਰਕੇ ਉਹ ਮਾਲਕ ਦਾਤਾ, ਸਾਰਿਆਂ ਨੂੰ ਦਾਤਾਂ ਦੇਣ ਵਾਲਾ, ਜਿਹਦੀ ਮੰਗ ਉਹਦੇ ਦਰ ਤੇ ਪ੍ਰਵਾਨ ਹੋ ਜਾਂਦੀ, ਮਕਬੂਲ ਹੋ ਜਾਂਦੀ, ਉਹਨਾਂ ਨੂੰ ਦਾਤਾ, ਉਹ ਦਾਤਾਰ, ਦਾਤਾਂ ਦੇ ਕਰਕੇ ਫਿਰ ਨਿਹਾਲ ਕਰ ਦਿੰਦਾ ਹੈ। ਉਹ ਮਾਲਕ ਅਕਾਲ ਪੁਰਖ ਵਾਹਿਗੁਰੂ ਸਭਨਾ ਦਾ ਦਾਤਾ, ਸਾਰਿਆਂ ਨੂੰ ਦਾਤਾਂ ਦੇ ਕਰਕੇ ਨਿਹਾਲ ਕਰਦਾ ਤੇ ਦਾਤਾ ਜੀਵ ਦੇ ਕਰਮਾਂ ਦੇ ਅਨੁਕੂਲ ਦਿੰਦਾ। ਜਿਹੋ ਜਿਹੇ ਜੀਵ ਕਰਮ ਕਰਦਾ ਨਾ, ਕਰਮਾਂ ਦੇ ਅਨੁਕੂਲ ਸਭ ਨੂੰ ਪਰਾਰਬਧ ਰੂਪੀ ਦਾਤ ਮਿਲਦੀ ਹੈ। ਐਸਾ ਜੋ ਅਕਾਲ ਪੁਰਖ ਵਾਹਿਗੁਰੂ ਸਭਨਾ ਦਾ ਦਾਤਾ। ਦੁੱਖ ਵਿਸਾਰਨ ਹਾਰ ਜੀਓ। ਸਾਹਿਬ ਜੀ ਕਹਿੰਦੇ, ਭਾਈ, ਉਹ ਦੁੱਖਾਂ ਨੂੰ ਕੱਟ ਦੇਣ ਵਾਲਾ। ਤੇ ਦੁੱਖ ਸਾਹਿਬ ਜੀ ਨੇ ਗੁਰਬਾਣੀ 'ਚ 4 ਪ੍ਰਕਾਰ ਦਾ ਬਿਆਨ ਕੀਤਾ। 4 ਪ੍ਰਕਾਰ ਦਾ ਦੁੱਖ ਹੁੰਦਾ। ਸਤਿਗੁਰੂ ਮਹਾਰਾਜ ਸਾਹਿਬ, ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਹਰਦਾਸ ਵੈਦ ਨੂੰ ਉਪਦੇਸ਼ ਦਿੰਦਿਆਂ ਦੁੱਖ ਦੱਸਿਆ। ਇਹ ਭਾਈ ਹਰਦਾਸ ਵੈਦ ਕਹਿੰਦੇ 4 ਪ੍ਰਕਾਰ ਦਾ ਦੁੱਖ ਹੁੰਦਾ। ਦੁੱਖ ਵਿਛੋੜਾ, ਇੱਕ ਦੁੱਖ ਭੂਖ, ਇੱਕ ਦੁੱਖ ਸਖਤ ਵਾਰ ਜਾਂ ਮਦੂਤ, ਇੱਕ ਦੁੱਖ ਰੋਗ ਲੱਗੈ ਤਨ ਧਾਏ, ਵੈਦ ਨਾ ਭੋਲੇ ਦਾਰੂ ਲਾਏ। ਦੁੱਖ 4 ਪ੍ਰਕਾਰ ਦਾ ਹੁੰਦਾ, ਜਿਹਦੇ ਵਿੱਚ ਸਾਹਿਬ ਜੀ ਨੇ ਸਭ ਤੋਂ ਪਹਿਲਾਂ ਵਿਛੋੜਾ ਬਿਆਨ ਕੀਤਾ। ਵਿਛੋੜੇ ਦਾ ਦੁੱਖ, ਇਹ ਵਿਛੋੜੇ ਦਾ ਦੁੱਖ ਸਾਧ ਸੰਗਤ ਬੜਾ ਕਠਿਨ ਹੈ, ਜਿਹਨੂੰ ਲੱਗਦਾ ਉਹ ਜਾਣਦਾ। ਵਿਛੋੜੇ ਦਾ ਦੁੱਖ ਸਹਾਰਨਾ ਬੜਾ ਕਠਿਨ ਹੈ। ਹੁਣ ਵਿਛੋੜਾ ਉਹਨੂੰ ਪੈਂਦਾ ਜਿਹਨੂੰ ਮੋਹ ਹੁੰਦਾ। ਜਿਹਦਾ ਕਿਸੇ ਨਾਲ ਕੋਈ ਮੋਹ ਨਹੀਂ, ਉਹਨੂੰ ਕਦੇ ਵਿਛੋੜਾ ਹੀ ਨਹੀਂ ਪੈਂਦਾ। ਵਿਛੋੜਾ ਮੋਹ ਤੋਂ ਪੈਦਾ ਹੁੰਦਾ। ਮਹਾਤਮਾ ਪੁਰਖਾਂ ਨੇ, ਗੁਰਮੁਖ ਪੁਰਸ਼ਾਂ ਨੇ ਮੋਹ ਤਿਆਗਿਆ, ਇਸੇ ਕਰਕੇ ਉਹਨਾਂ ਨੂੰ ਕਿਸੇ ਦਾ ਵਿਛੋੜਾ ਨਹੀਂ ਹੈ। ਮੋਹ ਮਹਾਤਮ ਰੂਪ ਹੈ, ਗਹਿਨ ਮਹਾਤਮ ਨਾ ਹੈ। ਵਿਰਾਗ ਸ਼ਤਕ ਦੇ ਵਿੱਚ ਜੋਗੀ ਰਾਜ ਭਰਤਰੀ ਹਰੀ ਨੇ ਕਥਨ ਕੀਤਾ, ਜਿਹੜਾ ਮੋਹ ਆ ਕਹਿੰਦੇ ਤੇ ਭਿਆਨਕ ਹਨੇਰਾ। ਮੋਹ ਮਹਾਤਮ ਰੂਪ ਹੈ, ਗਹਿਨ ਮਹਾਤਮ ਨਾ ਹੈ।
ਲੇਕਿਨ ਇਹ ਮਹਾਤਮਾ ਪੁਰਸ਼ ਦੀ ਪਕੜ 'ਚ ਨਹੀਂ ਆਉਂਦੇ। ਮਹਾਤਮਾ ਪੁਰਸ਼ ਮੋਹ ਤੋਂ ਰਹਿਤ ਨੇ। ਇਹ ਵਿਛੋੜਾ ਉਸੇ ਨੂੰ ਪੈਂਦਾ ਜਿਹਨੂੰ ਮੋਹ ਲੱਗਿਆ, ਮੋਹ ਕਰਕੇ ਵਿਛੋੜਾ, ਤੇ ਵਿਛੋੜਾ ਹੀ ਸਭ ਤੋਂ ਵੱਡਾ ਸਾਹਿਬ ਜੀ ਕਹਿੰਦੇ ਦੁੱਖ ਹੈ। ਸਾਰੇ ਜੀਵ ਜੰਮਣ ਤੇ ਮਰਨ ਦੇ ਵਿੱਚ ਆ, ਜਿੰਨੇ ਜੰਮਣ ਮਰਨ ਦੇ ਵਿੱਚ ਆ ਉਹਨਾਂ ਸਾਰਿਆਂ ਨੂੰ ਵਿਛੋੜਾ, ਕਿਉਂਕਿ ਹਜੂਰ ਕਹਿੰਦੇ ਸਭਨਾ ਮਰਨਾ ਆਇਆ ਵਿਛੋੜਾ ਸਭਨਾ। ਜਿਹਨੂੰ ਮੌਤ ਆਉਂਦੀ ਹੈ, ਮੌਤ ਸਾਰਿਆਂ ਨੂੰ ਆਉਂਦੀ ਹੈ। ਪੰਚਮ ਪਾਤਸ਼ਾਹ ਕਹਿੰਦੇ ਜਨਮੰ ਤਾ ਮਰਣੰ, ਜਿਹਦਾ ਜਨਮ ਹੋਇਆ ਉਹਨੇ ਮਰਨਾ, ਉਹਦੀ ਮੌਤ ਹੋਊਗੀ। ਜਿਹੜਾ ਜੰਮਦਾ ਹੈ ਉਹ ਮਰਦਾ ਵੀ ਹੈ। ਜੋ ਉਪਜਿਓ ਸੋ ਬਿਨਸ ਹੈ, ਪਰੋ ਆਜ ਕੈ ਕਾਲ, ਨਾਨਕ ਹਰ ਗੁਣ ਗਾਏ ਲੈ, ਛਾੜ ਸਗਲ ਜੰਜਾਲ। ਨੌਵੇਂ ਪਾਤਸ਼ਾਹ ਸਮਝਾਉਂਦੇ ਭਾਈ ਜਿਹੜਾ ਪੈਦਾ ਹੁੰਦਾ ਉਹ ਮਰਦਾ ਵੀ ਹੈ। ਜਿਹੜਾ ਰਚਿਆ ਜਾਂਦਾ ਉਹ ਇੱਕ ਦਿਨ ਟੁੱਟਦਾ, ਜਿਹੜਾ ਘੜਿਆ ਜਾਂਦਾ ਉਹ ਇੱਕ ਦਿਨ ਫੁੱਟਦਾ। ਪਰਮੇਸ਼ਰ ਗੜਨ ਭੰਜਨ ਹਾਰ ਹੈ, ਉਹ ਘੜਦਾ ਵੀ ਹੈ ਤੇ ਤੋੜਦਾ ਵੀ ਹੈ, ਬਣਾਉਂਦਾ ਵੀ ਹੈ ਤੇ ਢਾਹ ਵੀ ਦਿੰਦਾ। ਜਿਹੜਾ ਪੈਦਾ ਹੁੰਦਾ ਉਹ ਖਤਮ ਹੋ ਜਾਂਦਾ, ਜਿਹਦਾ ਜਨਮ ਹੁੰਦਾ ਉਹ ਮਰਦਾ ਵੀ ਹੈ। ਜਨਮੰ ਤਾ ਮਰਣੰ, ਤੇ ਜਿਹੜਾ ਮਰਦਾ ਉਹਨੂੰ ਭਾਈ ਵਿਛੋੜਾ ਪੈਂਦਾ ਹੀ ਪੈਂਦਾ, ਕਿਉਂਕਿ ਹਜੂਰ ਕਹਿੰਦੇ ਸਭਨਾ ਮਰਨਾ ਆਇਆ ਵਿਛੋੜਾ ਸਭਨਾ ਹਾ। ਸੰਸਾਰ ਤੇ ਬੜੇ ਆਏ ਬੜੇ ਗਏ, ਜਿੰਨੇ ਵੀ ਆਏ ਅੱਜ ਤੱਕ ਸਥਿਰ ਕੋਈ ਨਹੀਂ ਰਿਹਾ, ਕਿਉਂਕਿ ਰਾਣਾ ਰਾਉ ਨਾ ਕੋ ਰਹਿ, ਰੰਗ ਨਾ ਤੁੰਗ ਫਕੀਰ, ਵਾਰੀ ਆਪੋ ਆਪਣੀ ਕੋਈ ਨਾ ਬੰਧੈ ਧੀਰ। ਅੱਜ ਤੱਕ ਸੰਸਾਰ ਤੇ ਜਿਹਦੀ ਵੀ ਸਿਰਜਣਾ ਹੋਈ ਉਹ ਵਿਨਾਸ਼ ਹੋਇਆ, ਤੇ ਜਿਹੜਾ ਵਿਨਾਸ਼ ਹੋਇਆ ਉਹਨੂੰ ਵਿਛੋੜਾ ਪਿਆ। ਇਸੇ ਕਰਕੇ ਕਲਗੀਧਰ ਮਹਾਰਾਜ ਜੀ ਨੇ ਸਾਨੂੰ ਸਮਝਾਉਂਦਿਆਂ ਆਖਿਆ, ਏਕ ਸ਼ਿਵ ਭਏ ਏਕ ਗਏ ਏਕ ਫਿਰ ਭਏ, ਰਾਮਚੰਦਰ ਕ੍ਰਿਸ਼ਨ ਕੇ ਅਵਤਾਰ ਵੀ ਅਨੇਕ ਹੈ, ब्रह्मा अर बिसन केते, वेद और पुराण केते, सिमरत समूहन के, होए होए बितय है, मोन दी मदार केते, असनी कुमार केते, अंसा अवतार केते, काल बस भय है। अज तक जिन्ने भी होए सब दा अंत होया, एक शिव होया खत्म होया, एक फेर होया वो भी खत्म हो गया। संसार ते रामचंद्र कृष्ण ਵਰਗਿਆਂ ਦੇ ਅਵਤਾਰ ਹੋਏ, ਦੁਆਪਰ ਯੁਗ ਤ੍ਰੇਤੇ ਯੁਗ ਦੇ ਵਿੱਚ ਉਹਨਾਂ ਨੂੰ ਵੀ ਅੰਤ ਹੋਇਆ, ਉਹਨਾਂ ਨੂੰ ਵੀ ਅਖੀਰ ਆਇਆ, ਮੌਤ ਆਈ ਸਭਨਾਂ ਦੀ। ਸੰਸਾਰ 'ਚ ਜਿੰਨੇ ਵੀ ਹੋਏ, ਵੇਦਾਂ ਦੇ ਰਚੇਤੇ, ਕੁਰਾਨਾਂ ਦੇ ਰਚੇਤੇ, ਬੜੇ ਬੜੇ ਮਹਾਤਮਾ, ਰਿਸ਼ੀ ਮੁਨੀ, ਤਪਸਵੀ ਮਹਾਤਮਾ, ਵੇਦ ਵਿਆਸ ਵਰਗੇ, ਗੌਤਮ ਤਪੇ ਵਰਗੇ, ਇਹਨਾਂ ਸ਼ਾਸਤਰਾਂ ਸਿਮਰਤੀਆਂ ਦੇ ਰਚੇਤੇ, ਉਪਨਿਸ਼ਦਾਂ ਦੇ ਰਚੇਤੇ ਸੰਸਾਰ ਤੇ ਆਏ, ਅੰਤ ਨੂੰ ਸਾਰੇ ਚਲੇ ਗਏ, ਉਹਨਾਂ ਦੇ ਵਿੱਚੋਂ ਰਿਹਾ ਕੋਈ ਨਹੀਂ। ਸ੍ਰੀ ਹਜੂਰ ਜੀ ਕਹਿੰਦੇ ਅੰਤ ਸਭਨਾਂ ਦਾ ਹੋਇਆ। ਅੱਜ ਤੱਕ ਜਿੰਨੇ ਆਏ ਉਹਨਾਂ ਦੇ ਵਿੱਚੋਂ ਕੋਈ ਨਹੀਂ ਬਚਿਆ। ਮੋਨ ਦੀ ਮਦਾਰ ਕਿਤੇ, ਮੋਨ ਦੀ ਕਹਿੰਦੇ ਨੇ ਜੋ ਧਰਮ ਦਾ ਰਖਵਾਲਾ ਹੋਵੇ, ਮਦਾਰ ਕਹਿੰਦੇ ਜੋ ਕਿਸੇ ਫੌਜ ਦਾ ਮੁਖੀ, ਜਰਨਲ ਕਰਨਲ ਕੁਝ ਹੋਵੇ, ਉਹਨੂੰ ਸਾਹਿਬ ਜੀ ਮਦਾਰ ਕਹਿੰਦੇ ਨੇ। ਮੋਨ ਦੀ ਮਦਾਰ ਕਿਤੇ, ਅਸਨੀ ਕੁਮਾਰ ਕਿਤੇ, ਅਸਨੀ ਕੁਮਾਰ ਇਹ ਦੇਵਤਿਆਂ ਦੇ ਵਿੱਚ ਜੋ ਦੇਵਤੇ ਆ, ਜਿਹੜੇ ਦੇਵਤਿਆਂ ਦੇ ਵੈਦ ਮੰਨੇ ਜਾਂਦੇ ਨੇ, ਉਹ ਵੀ ਕਈ ਵਾਰ ਸੰਸਾਰ ਤੇ ਆਏ ਤੇ ਕਈ ਵਾਰ ਚਲੇ ਗਏ। ਸੰਸਾਰ ਤੇ ਆਵਾਗੁਣ ਉਹਨਾਂ ਦਾ ਵੀ ਹੋਇਆ। ਉਹ ਅਸਲੀ ਕੁਮਾਰ ਵੀ ਜੰਮਦੇ ਤੇ ਮਰਦੇ ਆ, ਉਹਨਾਂ ਦੇ ਵੀ ਜਨਮ ਵੀ ਹੁੰਦਾ ਤੇ ਮੌਤ ਵੀ ਹੁੰਦੀ ਆ। ਸੰਸਾਰ ਦੇ ਵਿੱਚ ਆਪਣੇ ਆਪ ਨੂੰ ਧਰਮ ਦੇ ਮੋਢੀ ਅਖਵਾਉਣ ਵਾਲੇ ਬੜੇ ਸੰਸਾਰ ਚ ਆਏ ਤੇ ਚਲੇ ਗਏ। ਬੜੇ ਵੱਡੇ ਫੌਜਪਤੀ, ਫੌਜਾਂ ਦੇ ਵਿੱਚ ਜਰਨੈਲ ਕਰਨੈਲ ਅਖਵਾਉਣ ਵਾਲੇ ਆਏ, ਉਹ ਵੀ ਚਲੇ ਗਏ। ਉਹਨਾਂ ਦੇ ਵਿੱਚੋਂ ਕੋਈ ਨਹੀਂ ਰਿਹਾ। ਕਲਗੀਧਰ ਮਹਾਰਾਜ ਕਹਿੰਦੇ ਕਾਲ ਬਸ ਭਏ ਹੈ, ਅਖੀਰ ਨੂੰ ਸਾਰਿਆਂ ਨੂੰ ਕਾਲ ਦੇ ਮੁੱਖ 'ਚ ਜਾਣਾ ਪਿਆ। ਪੀਰ ਪਕੰਬਰ ਕੀਤੇ ਗਨੇ ਨਾ ਪਰਤੇ ਤੇ, ਸੰਸਾਰ ਦੇ ਵਿੱਚ ਬੜੇ ਆਪਣੇ ਆਪ ਨੂੰ ਪੀਰ ਖਵਾਉਣ ਵਾਲੇ ਹੋਏ, ਜਿਨ੍ਹਾਂ ਨੂੰ ਇਸਲਾਮ ਵੱਤ ਦੇ ਵਿੱਚ ਪੀਰ ਜੀ ਕਹਿ ਕੇ ਨਵਾਜਿਆ ਜਾਂਦਾ ਸੀ। ਉਹ ਪੀਰ ਖਵਾਉਣ ਵਾਲੇ ਵੀ ਸੰਸਾਰ 'ਚ ਬਹੁਤ ਆਏ, ਪਰ ਰਿਹਾ ਉਹਨਾਂ ਦੇ ਵਿੱਚੋਂ ਵੀ ਕੋਈ ਨਹੀਂ। ਪੈਗੰਬਰ ਬੜੇ ਹੋਏ, ਜਿਨ੍ਹਾਂ ਦੇ ਮੁਖ ਤੋਂ ਰੱਬੀ ਪੈਗਾਮ ਨਾਜ਼ਲ ਹੋਇਆ, ਜਿਹੜੇ ਸੰਸਾਰ ਚ ਆਏ ਤੇ ਉਹਨਾਂ ਨੇ ਰੱਬੀ ਪੈਗਾਮ ਦਿੱਤਾ। ਇੰਨੇ ਹੋਏ ਕਲਗੀਧਰ ਮਹਾਰਾਜ ਕਹਿੰਦੇ ਗਿਣਤੀ ਨਹੀਂ ਕੀਤੀ ਜਾ ਸਕਦੀ। ਗਨੇ ਨਾ ਪਰਤੇ ਤੇ, ਭੂਮੀ ਹੀ ਤੇ ਹੋਏ ਕਹਿ, ਫਿਰ ਭੂਮੀ ਹੀ ਮਿਲੇ ਹੈ। ਮਿੱਟੀ ਚੋਂ ਪੈਦਾ ਹੋ ਕੇ ਅੰਤ ਤਾਂ ਵੀ ਮਿੱਟੀ ਦੇ ਵਿੱਚ ਹੀ ਮਿਲ ਗਏ, ਰਿਹਾ ਉਹਨਾਂ ਦੇ ਵਿੱਚੋਂ ਵੀ ਕੋਈ ਨਹੀਂ। ਸੋ ਇਸ ਕਰਕੇ ਸਭਨਾ ਮਰਨਾ ਆਇਆ ਵਿਛੋੜਾ ਸਭਨਾਹਾਂ, ਤੇ ਵਿਛੋੜੇ ਦਾ ਭਾਰੀ ਦੁੱਖ, ਇਹਨੂੰ ਸਹਾਰਨਾ ਬੜਾ ਕਠਿਨ ਹੈ। ਜਿਹਨੂੰ ਵਿਛੋੜਾ ਪੈਂਦਾ ਨਾ, ਇੱਕ ਵਾਰ ਮਰਨ ਦੇ ਬਰਾਬਰ ਹੋ ਜਾਂਦਾ। ਹਜੂਰ ਕਹਿੰਦੇ ਜਾਨੀ ਵਿਛੁੰਨੜੇ ਮੇਰਾ ਮਰਨ ਭਇਆ। ਜਾਨੀ ਪਿਆਰੇ ਨੂੰ ਕਹਿੰਦੇ ਆ, ਜਿਹਦਾ ਪਿਆਰਾ ਵਿਛੜਦਾ ਉਹਦਾ ਇੱਕ ਵਾਰ ਮਰਨ ਹੋ ਜਾਂਦਾ।
ਜਿਹਨੂੰ ਵਿਛੋੜਾ ਪੈਂਦਾ ਹੈ ਨਾ, ਵਿਛੋੜੇ ਦਾ ਦੁੱਖ ਉਹ ਜਾਣਦਾ। ਇਸ ਪ੍ਰਕਾਰ ਹਜੂਰ ਨੇ ਦੁੱਖ 4 ਪ੍ਰਕਾਰ ਦਾ ਬਿਆਨ ਕੀਤਾ। ਦੂਜਾ ਦੁੱਖ ਹੈ ਸਾਧ ਸੰਗਤ ਭੁੱਖ ਦਾ ਦੁੱਖ। ਭੁੱਖ, ਹਜੂਰ ਭੁੱਖ ਦਾ ਜ਼ਿਕਰ ਕਰਦੇ ਨੇ। ਭੁੱਖ ਕਿਹੜੀ ਦੁੱਖ ਹੈ? ਸਰੀਰ ਦੀ ਭੁੱਖ ਦੁੱਖ ਨਹੀਂ ਹੈ। ਇਹ ਤੇ ਸਰੀਰ ਦਾ ਕਰਤੱਵ ਹੈ। ਸਰੀਰ ਜਦੋਂ ਤੱਕ ਸੰਸਾਰ 'ਚ, ਇਹ ਭੋਜਨ ਤੋਂ ਬਿਨਾਂ ਜਿਉ ਨਹੀਂ ਸਕਦਾ। ਇਹਨੂੰ ਭੋਜਨ ਦੇਣਾ ਲਾਜ਼ਮੀ ਆ। ਸਰੀਰ ਦੀ ਭੁੱਖ ਦੁੱਖ ਨਹੀਂ ਹੈ। ਤੇ ਨਾ ਹੀ ਬਾਬੇ ਨੇ ਦੁੱਖ ਰਹਿਣ ਦਿੱਤੀ ਆ। 20 ਰਜਤ ਪਣ ਦਾ ਮੇਰੇ ਬਾਬੇ ਨੇ ਲੰਗਰ ਲਾਇਆ, ਕਦੇ ਖਤਮ ਹੀ ਨਹੀਂ ਹੋਇਆ, ਕਦੇ ਮੁੱਕਿਆ ਹੀ ਨਹੀਂ। ਉਹ ਸਦਾ ਟੁੱਟ ਹੀ ਵਰਤਦਾ ਰਹਿੰਦਾ। ਬਾਬੇ ਦੇ ਭੰਡਾਰੇ ਜਿਹੜੇ ਆ ਨਾ, ਉਹ ਟੁੱਟ ਵਰਤਦੇ ਆ। ਕਦੇ ਗੁਰੂ ਕਾ ਸਿੱਖ ਭੁੱਖਾ ਨਹੀਂ ਸੌਂਦਾ। ਭੁੱਖ ਕਿਹੜੀ ਦੁੱਖ ਆ? ਉਹ ਭੁੱਖ ਦੁੱਖ ਹੈ ਮਨ ਦੀ ਭੁੱਖ। ਜਿਹੜੀ ਮਨ ਨੂੰ ਭੁੱਖ ਲੱਗੀ ਹੈ ਨਾ, ਪਦਾਰਥਾ ਭਾਵਨੀ ਵਾਲੀ, ਪਦਾਰਥਾ ਭਾਵਨੀ ਦੀ ਭੁੱਖ ਵੱਡਾ ਦੁੱਖ ਆ, ਜਿਹੜੀ ਕਦੇ ਖਤਮ ਨਹੀਂ ਹੁੰਦੀ। ਜਿਹਦੇ ਪਰਥਾਏ ਗੁਰਦੇਵ ਜੀ ਬਾਣੀ ਦੀ ਪ੍ਰਾਰੰਭਤਾ ਚ ਹੀ ਕਹਿੰਦੇ, ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆ ਭਾਰ। ਇਹ ਨਹੀਂ ਜੇ ਖਤਮ ਹੁੰਦੀ। ਇਹ ਮਨ ਵਾਲੀ ਭੁੱਖ ਖਤਮ ਨਹੀਂ ਹੁੰਦੀ। ਇਹ ਮਨ ਦੀ ਭੁੱਖ ਵੱਡਾ ਦੁੱਖ ਹੈ। ਇਹਦਾ ਭਾਰੀ ਦੁੱਖ ਹੈ, ਇਹ ਖਤਮ ਨਹੀਂ ਹੁੰਦੀ। ਪੂਰਾ ਜੀਵਨ ਮਨੁੱਖ ਇਸੇ ਭੁੱਖ ਨੂੰ ਰਜਾਉਣ ਦੇ ਵਿੱਚ ਲੱਗਿਆ ਰਹਿੰਦਾ, ਗਲਤਾਨ ਰਹਿੰਦਾ, ਧੰਦਿਆਂ 'ਚ ਖਚਤ ਹੋਇਆ ਰਹਿੰਦਾ। ਇੱਕ ਪਲ ਵੀ ਰੱਬ ਦਾ ਨਾਮ ਨਹੀਂ ਲੈਂਦਾ, ਬਾਣੀ ਨਹੀਂ ਪੜ੍ਹਦਾ, ਇਬਾਦਤ ਨਹੀਂ ਕਰਦਾ, ਮਾਲਕ ਦੇ ਦਿੱਤੇ ਦਾ ਸ਼ੁਕਰ ਨਹੀਂ ਕਰਦਾ। ਇਹ ਭੁੱਖ ਨੂੰ ਚੈਨ ਹੀ ਨਹੀਂ ਆਉਣ ਦਿੰਦੀ। ਇਸੇ ਭੁੱਖ ਕਰਕੇ ਦਿਨ ਰਾਤ ਚੈਨ ਨਹੀਂ ਹੈ, ਰਾਤਰੀ ਨੀਂਦਰ ਨਹੀਂ ਪੈਂਦੀ, ਫਿਕਰਾਂ 'ਚ ਲੱਗਿਆ ਰਹਿੰਦਾ, ਚਿੰਤਾਵਾਂ ਕਰਦਾ ਰਹਿੰਦਾ। ਫਿਰ ਦਿਨ ਵੇਲੇ ਵੀ ਚੈਨ ਨਹੀਂ ਹੈ। ਪੂਰਾ ਦਿਨ ਧੰਦਿਆਂ 'ਚ ਖਚਤ ਰਹਿੰਦਾ ਹੈ। ਇਬਾਦਤ ਫੇਰ ਨਹੀਂ ਕਰਦਾ, ਸਿਮਰਨ ਫੇਰ ਨਹੀਂ ਕਰਦਾ, ਬੰਦਗੀ ਫੇਰ ਨਹੀਂ ਕਰਦਾ। ਇਹ ਮਨ ਦੀ ਭੁੱਖ ਭਾਰੀ ਦੁੱਖ ਹੈ। ਦੁੱਖ ਵਿਛੋੜਾ, ਇੱਕ ਦੁੱਖ ਭੂਖ, ਇੱਕ ਦੁੱਖ ਸਖਤ ਵਾਰ ਜਮਦੂਤ, ਇੱਕ ਦੁੱਖ ਰੋਗ ਲੱਗੈ ਤਨ ਧਾਏ। ਮੈਂ ਬੇਨਤੀ ਕਰਾਂ, ਇਹਦਾ ਅਰਥ ਹੈ ਜਿਹੜਾ ਉਹ ਰੋਗ ਦਾ ਪਹਿਲਾਂ ਕੀਤਾ ਜਾਊਗਾ, ਕਿਉਂਕਿ ਗੁਰਦੇਵ ਕਹਿੰਦੇ ਇੱਕ ਦੁੱਖ ਰੋਗ ਲੱਗੈ ਤਨ ਧਾਏ। ਜੀਵ ਦੇ ਸਰੀਰ ਨੂੰ ਆ ਕੇ ਰੋਗ ਲੱਗ ਜਾਂਦੇ ਨੇ। ਜੀਵ ਜਦੋਂ ਮਾਇਆ ਆ ਜਾਂਦੀ ਹੈ, ਫਿਰ ਭੋਗ ਭੋਗਦਾ, ਭੋਗੰ ਤਾ ਰੋਗੰ। ਜਦੋਂ ਭੋਗ ਭੋਗਦਾ, ਪਦਾਰਥ ਚੱਖਦਾ, ਬਹੁਤੇ ਵਿਸ਼ੇ ਵਿਕਾਰ ਭੋਗਦਾ, ਵਾਸ਼ਨਾਵਾਂ 'ਚ ਖਚਤ ਹੋ ਜਾਂਦਾ, ਫਿਰ ਸਰੀਰ ਰੋਗੀ ਹੋ ਜਾਂਦਾ। ਸਾਧ ਸੰਗਤ ਫਿਰ ਰੋਗ ਲੱਗਦੇ ਆ ਸਰੀਰ ਨੂੰ ਆ ਕੇ, ਤੇ ਧਾਏ ਭੱਜ ਕੇ ਆ ਕੇ ਲੱਗਦੇ ਆ, ਭੱਜ ਕੇ ਆ ਕੇ ਰੋਗ ਲੱਗਦੇ ਆ। ਫਿਰ ਸਰੀਰ ਨੂੰ ਕੋਈ ਰੋਗ ਲੱਗ ਜਾਣਾ, ਉਹ ਵੀ ਅਸਾਧ, ਜਿਹਦਾ ਕੋਈ ਇਲਾਜ ਹੀ ਨਾ ਹੋਵੇ, ਲਾ ਇਲਾਜ ਹੋਵੇ, ਜਿਹਨੂੰ ਸਾਧਿਆ ਹੀ ਨਾ ਜਾਵੇ, ਜਿਹਦੀ ਕੋਈ ਔਖਦ ਨਾ ਹੋਵੇ, ਕੋਈ ਦਵਾਈ ਨਾ ਹੋਵੇ, ਸਾਰੇ ਡਾਕਟਰ ਹਕੀਮ ਹੱਥ ਖੜੇ ਕਰ ਜਾਣ, ਫਿਰ ਐਸਾ ਰੋਗ ਲੱਗ ਜਾਂਦਾ। ਤੇ ਉਹ ਭਾਰੀ ਦੁੱਖ ਹੈ। ਜਦੋਂ ਸਰੀਰ ਨੂੰ ਰੋਗ ਲੱਗ ਜੇ, ਪ੍ਰਾਣੀ ਚੱਲ ਫਿਰ ਨਾ ਪਾਵੇ, ਮੰਜੇ ਤੇ ਬੈਠ ਜੇ ਪੱਕੇ, ਡਾਕਟਰ ਹੱਥ ਖੜੇ ਕਰ ਦੇਣ, ਫਿਰ ਉਹ ਭਾਰੀ ਦੁੱਖ ਹੈ। ਤੇ ਦੁੱਖ ਫਿਰ ਕੱਟਿਆ ਕਿੱਥੇ ਜਾਂਦਾ? ਰੋਗ ਕੱਟੇ ਕਿੱਥੇ ਜਾਂਦੇ ਆ? ਉਹ ਰੋਗ ਕੱਟੇ ਆ ਕੇ ਜਾਂਦੇ ਆ ਜੀ ਬਾਬੇ ਦੇ ਦਰ ਤੇ। ਸਾਰਾ ਸੰਸਾਰ ਰੋਗੀ ਹੈ। ਸਾਹਿਬ ਜੀ ਕਹਿੰਦੇ, ਸੰਸਾਰ ਰੋਗੀ ਨਾਮਦਾਰੂ, ਨਾਮ ਦਵਾਈ ਆ। ਤੇ ਵੈਦ ਕੌਣ ਆ? ਮੇਰਾ ਵੈਦ ਗੁਰੂ ਗੋਬਿੰਦਾ। ਉਹ 9ਵੇਂ ਸਤਿਗੁਰੂ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਦਰ ਤੇ ਆ ਕੇ ਫਿਰ ਸਾਰੀ ਇੱਥੇ ਰੋਗ ਕੱਟੇ ਜਾਂਦੇ ਆ, ਦੁੱਖ ਵਿਸਰ ਜਾਂਦੇ ਆ। ਜਿਸ ਸਥਾਨ ਤੇ ਆਪਾਂ ਬੈਠੇ ਆ, ਇਸ ਸਥਾਨ ਦਾ ਤੇ ਨਾਮ ਹੀ ਦੁੱਖ ਨਿਵਾਰਨ ਆ। ਆਪਾਂ 9ਵੇਂ ਸਤਿਗੁਰਾਂ ਦੇ ਚਰਨਾਂ 'ਚ ਜੁੜ ਬੈਠੇ ਆ। ਫਿਰ ਜਦੋਂ ਇੱਥੇ ਆ ਕੇ ਨਤਮਸਤਕ ਹੁੰਨੇ ਆ, ਹਜੂਰ ਦੇ ਚਰਨੀ ਜੋਦੜੀਆਂ ਕਰਦੇ ਆ, ਤੇ ਮੇਰੇ ਸਾਹਿਬ ਜੀ ਸਾਰੇ ਦੁੱਖ ਕੱਟ ਦਿੰਦੇ, ਸਾਰੇ ਰੋਗ ਬਿਨਸ ਜਾਂਦੇ ਆ। ਇਸ ਪ੍ਰਕਾਰ ਫਿਰ ਸਖਤ ਵਾਰ ਜਮਦੂਤ, ਜਦੋਂ ਜਮਦੂਤ ਆ ਕੇ ਸਰੀਰ ਤੇ ਵਾਰ ਕੱਢਦੇ ਆ, ਨਿਮਾਣੀ ਜਿੰਦੜੀ ਨੂੰ ਸਰੀਰ 'ਚੋਂ ਕੱਢਦੇ ਆ। ਬਾਬਾ ਫਰੀਦ ਸਾਹਿਬ ਕਹਿੰਦੇ, ਜਿੰਦ ਨਿਮਾਣੀ ਕੱਢੀਏ ਹੱਡਾ ਕੂਕੜਕਾਏ। ਜਦੋਂ ਜਮਦੂਤ ਆ ਕੇ ਨਿਮਾਣੀ ਜਿੰਦੜੀ ਨੂੰ ਸਰੀਰ 'ਚੋਂ ਖਿੱਚਦੇ ਆ ਨਾ, ਤੇ ਇੱਕ ਵਾਰ ਹੱਡੀਆਂ ਕੜਕ ਜਾਂਦੀਆਂ, ਟੁੱਟ ਜਾਂਦੀਆਂ, ਭਾਰੀ ਦੁੱਖ ਹੁੰਦਾ, ਜਮਾਂ ਦੀ ਮਾਰ ਦਾ ਦੁੱਖ। ਚੌਥਾ ਦੁੱਖ ਉਹ ਹੈ, ਸਾਹਿਬ ਜੀ ਨੇ ਹਰਦਾਸ ਵੈਦ ਨੂੰ 4 ਪ੍ਰਕਾਰ ਦਾ ਦੁੱਖ ਦੱਸਿਆ। ਇਹ 4 ਪ੍ਰਕਾਰ ਦਾ ਦੁੱਖ ਜੀਵ ਨੂੰ ਲੱਗਿਆ ਹੋਇਆ। ਤੇ ਸਤਿਗੁਰੂ ਫਰਮਾਉਂਦੇ ਨੇ, ਪਰਮੇਸ਼ਰ ਐਸਾ ਕਿਰਪਾਲੂ ਹੈ, ਐਸਾ ਦਿਆਲੂ ਹੈ, ਦੁੱਖ ਵਿਸਾਰਨ ਹਾਰ। ਉਹ ਭਾਈ ਜੀਵ ਦੇ ਸਾਰੇ ਦੁੱਖਾਂ ਨੂੰ ਕਹਿੰਦੇ ਖਤਮ ਕਰ ਦੇਣ ਵਾਲਾ, ਮਿਟ ਦੇਣ ਵਾਲਾ। ਦੁੱਖ ਵਿਸਾਰਨ ਹਾਰ ਸੁਆਮੀ, ਕੀਤਾ ਜਾ ਕਾ ਹੋਵੈ। हे ਭਾਈ ਗੁਰਮੁਖ ਜਨੋ, ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਸਾਰੇ ਦੁੱਖਾਂ ਨੂੰ ਖਤਮ ਕਰ ਦੇਣ ਵਾਲਾ, ਉਹ ਸੁਆਮੀ ਮਾਲਕ ਹੈ ਸਾਰੇ ਜਗਤ ਦਾ, ਸਾਰੇ ਜਗਤ ਦਾ ਕਰਤਾ ਧਰਤਾ ਹਰਤਾ।
ਕੀਤਾ ਜਾ ਕਾ ਹੋਵੇ, ਜਿਸ ਦੇ ਕਾਰਨ ਕਰਕੇ ਇਹ ਸਾਰਾ ਵਰਤਾਰਾ ਹੋ ਰਿਹਾ, ਇਹ ਸਾਰੀ ਜਿੰਨੀ ਸੰਸਾਰ ਦਾ ਪਸਾਰਾ ਵਰਤ ਰਿਹਾ। ਕੋਟ ਕੋਟੰਤਰ ਪਾਪਾ ਕੀਰੇ, ਏਕ ਘੜੀ ਮਹਿ ਖੋਵੈ। ਜਦੋਂ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਿਆਲਤਾ ਦੇ ਘਰ ਚ ਆਉਂਦਾ ਨਾ, ਜੀਵਾਂ ਤੇ ਤਰਸ ਕਰਦਾ। ਕੋਟ ਅਰਥਾਤ ਕਰੋੜਾਂ, ਕੋਟੰਤਰ ਅਰਥਾਤ ਕਰੋੜਾਂ ਜਨਮਾਂ ਦੇ ਵਿੱਚ ਜੀਵ ਨੇ ਜਿੰਨੇ ਪਾਪ ਕੀਤੇ ਆ, ਕਰੋੜਾਂ ਜਨਮਾਂ ਦੇ ਵਿੱਚ ਕੀਤੇ ਹੋਏ ਕਰੋੜਾਂ ਪਾਪਾਂ ਨੂੰ ਪਰਮੇਸ਼ਰ ਵਾਹਿਗੁਰੂ ਇੱਕ ਘੜੀ ਜਦੋਂ ਜੀਵ ਸਤਸੰਗ ਕਰਦਾ ਨਾ, 24 ਮਿੰਟਾਂ ਦੀ ਇੱਕ ਘੜੀ ਹੁੰਦੀ ਆ, ਜਿਹਨੂੰ ਆਪਾਂ 24 ਮਿੰਟ ਕਹਿੰਦੇ ਆ। ਉਹ ਪੁਰਾਣੀ ਜਿਹੜੀ ਨਾਪ ਤੁਲਨਾ ਸਮੇਂ ਦੀ ਸੀ ਨਾ, ਉਹਨੂੰ ਘੜੀਆਂ ਦੇ ਵਿੱਚ, ਪਲਾਂ ਦੇ ਵਿੱਚ ਮਾਪਿਆ ਜਾਂਦਾ ਸੀ, ਪਹਿਰਾਂ ਦੇ ਵਿੱਚ। 24 ਕੁ ਮਿੰਟ ਦੀ ਇੱਕ ਘੜੀ ਹੁੰਦੀ ਹੈ। ਤੇ ਗੁਰੂ ਕਾ ਸਿੱਖ ਇੱਕ ਘੜੀ ਸਤਸੰਗ ਕਰੇ, ਇੱਕ ਘੜੀ ਨਾਮ ਜਪੇ, ਇੱਕ ਘੜੀ ਕੀਰਤਨ ਸੁਣੇ, ਇੱਕ ਘੜੀ ਬਾਣੀ ਪੜ੍ਹੇ, ਇੱਕ ਘੜੀ ਕਥਾ ਕੀਰਤਨ ਦੋਨੇ ਇਕੱਠੇ ਸਰਵਣ ਕਰ ਲੇ, ਇੱਕ ਘੜੀ ਰੱਬ ਦੀ ਇਬਾਦਤ ਕਰੇ, ਤੇ ਮੇਰਾ ਸਹਿਬ ਦਿਆਲ ਹੋ ਕੇ ਕਰੋੜਾਂ ਜਨਮਾਂ ਦੇ ਵਿੱਚ ਕੀਤੇ ਹੋਏ ਕਰੋੜਾਂ ਪਾਪਾਂ ਨੂੰ ਇੱਕੋ ਘੜੀ ਦੇ ਵਿੱਚ ਖਤਮ ਕਰ ਦਿੰਦਾ। ਹੰਸ ਸੇ ਹੰਸਾ ਬਾਗ ਸੇ ਵਗਾ, ਘਾਟ ਘਾਟ ਕਰੇ ਵਿਚਾਰ ਜਿਉ। ਸਾਹਿਬ ਜੀ ਮਹਾਰਾਜ ਫਰਮਾਉਂਦੇ ਨੇ, ਹੇ ਭਾਈ, ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਐਸਾ ਦਿਆਲੂ ਹੈ, ਐਸਾ ਕਿਰਪਾਲੂ ਹੈ। ਹੰਸ ਸੇ ਹੰਸਾ, ਬੱਗ ਸੇ ਬੱਗਾ, ਬੱਗ ਬਗਲੇ ਨੂੰ ਕਹਿੰਦੇ ਆ। ਜਿਹੜੇ ਬਗਲੇ ਨਿਆਈ ਨੀਚ ਹੈ ਨਾ, ਬਗਲਾ ਕਾਗ ਨੀਚ ਕੀ ਸੰਗਤ, ਬਗਲਾ ਨੀਚ ਹੈ। ਬਗਲੇ ਦਾ ਕਰਮ ਕੈਸਾ, ਬਗਲਾ ਜਾ ਕਰਕੇ ਕਿਸੇ ਮਲੀਨ ਜੀ ਥਾਂ ਤੇ, ਕਿਸੇ ਸੱਪੜ ਜਾਂ ਟੋਭੇ ਦੇ ਕਿਨਾਰੇ ਤੇ ਬੈਠ ਕਰਕੇ ਫਿਰ ਮੱਛੀ ਦੀ ਤਾਰ ਲਾਉਂਦਾ, ਫਿਰ ਉਹਦੇ ਵਿੱਚੋਂ ਤਾਰ ਲਾ ਕਰਕੇ ਉਹ ਮੱਛੀ ਨੂੰ ਚੁੱਕ ਕਰਕੇ ਖਾ ਜਾਂਦਾ। ਜਾ ਕਰਕੇ ਚਿੱਕੜ ਦੇ ਵਿੱਚ ਚੁੰਝ ਮਾਰਦਾ, ਫਿਰ ਉਹਦੀ ਨਿੱਕੀ ਜੀ ਉਡਾਰੀ ਹੁੰਦੀ ਹੈ, ਉਹਦਾ ਕੋਈ ਵਿਸ਼ੇਸ਼ ਗੁਣ ਨਹੀਂ ਹੈ। ਵੇਖਣ ਨੂੰ ਕਹਿੰਦੇ ਹੰਸ ਤੇ ਬਗਲਾ ਇੱਕੋ ਜਿਹੇ ਲੱਗਦੇ ਨੇ, ਜੇ ਇਕੱਠੇ ਬਿਠਾਈਏ ਤੇ ਉਹਨਾਂ ਦਾ ਸਰੂਪ ਆ ਨਾ ਜਿਹੜਾ, ਉਹ ਹਮਸ਼ਕਲ ਜੇ ਬਣਾਏ ਨੇ ਪਰਮੇਸ਼ਰ ਨੇ। ਫਿਰ ਹੰਸ ਦੇ ਆਪਣੇ ਗੁਣ ਨੇ। ਜਿਹੜਾ ਹੰਸ ਆ ਉਹਦੀ ਉਡਾਰੀ ਬਹੁਤੀ ਲੰਬੀ ਹੈ, ਮਾਨ ਸਰੋਵਰ ਤੇ ਜਾ ਕਰਕੇ ਮੋਤੀ ਚੁਗਦਾ ਹੈ। ਤੇ ਹੰਸ ਦਾ ਇੱਕ ਵਿਸ਼ੇਸ਼ ਗੁਣ ਹੈ ਸਾਧ ਸੰਗਤ, ਉਹਦੀ ਚੁੰਝ ਦੇ ਵਿੱਚ ਐਸੀ ਖਟਾਸ ਹੈ, ਕਹਿੰਦੇ ਦੁੱਧ ਦੇ ਵਿੱਚ ਚੁੰਝ ਮਾਰੇ ਨਾ ਤੇ ਉਹਦੇ ਵਿੱਚੋਂ ਫੁੱਟ ਵੱਖਰਾ ਕਰ ਦਿੰਦਾ ਤੇ ਪਾਣੀ ਵੱਖਰਾ ਕਰ ਦਿੰਦਾ। ਉਹਦਾ ਵਿਸ਼ੇਸ਼ ਗੁਣ ਹੰਸ ਦਾ ਇਹ ਹੈ। ਇਸੇ ਕਰਕੇ ਗੁਰਮੁਖ ਨੂੰ ਹੰਸ ਵੀ ਆਖਿਆ ਜਾਂਦਾ। ਤੇ ਮਹਾਰਾਜ ਸਾਹਿਬ ਫਰਮਾਉਂਦੇ ਨੇ, ਹੰਸ ਸੇ ਹੰਸਾ ਬੱਗ ਸੇ ਬੱਗਾ। ਜੇ ਪਰਮੇਸ਼ਰ ਤੇ ਦਿਆਲੂ ਹੋਵੇ ਨਾ, ਜਿਹੜੇ ਬਗਲੇ ਦੀ ਨਿਆਈ ਕਹਿੰਦੇ, ਜਿਨ੍ਹਾਂ ਦਾ ਜੀਵ ਨੀਚ ਹੈ, ਭਾਵ ਨੀਵੇਂ ਕਰਮ ਕਰਨ ਵਾਲਾ, ਕਰੇਤਾਂ ਕਰਨ ਵਾਲਾ, ਬਦਫੈਲੀਆਂ ਕਰਨ ਵਾਲਾ, ਜਿਹੜੇ ਬਗਲੇ ਨਿਆਈ ਕਰਮ ਕਰਦੇ ਨੇ, ਬਗਲੇ ਨਿਆਈ ਪਾਪ ਕਰਮ ਕਰਦੇ ਨੇ, ਬਗਲੇ ਨਿਆਈ ਪਾਪਾਂ ਕਰਮਾਂ ਨੂੰ ਕਰਨ ਵਾਲਿਆਂ ਦੇ ਤਾਈ ਮਹਾਰਾਜ ਅਕਾਲ ਪੁਰਖ ਵਾਹਿਗੁਰੂ ਕਿਰਪਾ ਕਰਕੇ ਗੁਰੂ ਦੀ ਸੰਗਤ ਬਖਸ਼ ਕਰਕੇ ਹੰਸ ਕਰ ਦਿੰਦਾ, ਪਰਮ ਹੰਸ ਬਣਾ ਦਿੰਦਾ। ਪਰ ਜਦੋਂ ਗੁਰਮੁਖ ਗੁਰੂ ਦੀ ਸੰਗਤ ਦੇ ਵਿੱਚ ਆ ਕੇ ਗੁਰਮੁਖ ਪਰਮ ਹੰਸ ਹੋ ਜਾਂਦੇ ਨੇ, ਤੇ ਗੁਰਮੁਖ ਪਰਮ ਹੰਸ ਹੋ ਕਰਕੇ ਬੁੱਧੀ ਰੂਪੀ ਦੁੱਧ ਦੇ ਵਿੱਚ ਚੁੰਝ ਮਾਰ ਕਰਕੇ ਉਹਦੇ ਵਿੱਚੋਂ ਜਦੋਂ ਵਿਰਾਗ ਤੇ ਵਿਵੇਕ ਰੂਪੀ ਚੁੰਝ ਮਾਰਦੇ ਆ, ਤੇ ਫਿਰ ਸਰੀਰ ਜਿਹੜੀ ਆਤਮਾ ਰੂਪੀ ਫੁੱਟ ਵੱਖਰਾ ਕਰ ਦਿੰਦੇ ਨੇ ਤੇ ਸਰੀਰ ਰੂਪੀ ਪਾਣੀ ਨੂੰ ਵੱਖਰਾ ਕਰ ਦਿੰਦੇ ਨੇ। ਇਸ ਪ੍ਰਕਾਰ ਗੁਰਮੁਖ ਹੰਸ ਬਣ ਜਾਂਦੇ ਹਨ। ਤੋ ਸਭਨੀ ਥਾਈ ਜਿੱਥੈ ਹੋ ਜਾਈ, ਸਾਚਾ ਸਿਰਜਣਹਾਰ ਜੀਓ। ਘਟ ਘਟ ਕਰੇ ਵਿਚਾਰ ਜੀਓ। ਸਾਹਿਬ ਮਹਾਰਾਜ ਫਰਮਾਉਂਦੇ, ਫਿਰ ਗੁਰਮੁਖ ਪੁਰਸ਼ ਜੋ ਘਟ ਘਟ ਦੇ ਵਿੱਚ ਵਸਣ ਵਾਲਾ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਆ, ਉਹਦੇ ਗੁਣਾਂ ਦੀ, ਉਹਦੀ ਵਡਿਆਈ ਦੀ ਵਿਚਾਰ ਕਰਦੇ ਹਨ। ਤੇ ਉਹ ਜੋ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੈ ਭਾਈ, ਉਸ ਤੋਂ ਸਭਨੀ ਥਾਈ, ਮਹਾਰਾਜ ਕਹਿੰਦੇ ਉਹ ਸਾਰੀਆਂ ਥਾਵਾਂ ਤੇ ਵਿਆਪਕ ਹੈ ਪਰਮੇਸ਼ਰ ਵਾਹਿਗੁਰੂ, ਹਰ ਥਾਂ ਤੇ ਵਰਤ ਰਿਹਾ। ਦੁਨਿਆਈ ਦੇ ਵਿੱਚ ਐਸੀ ਕੋਈ ਥਾਂ ਨਹੀਂ ਜਿੱਥੇ ਨਾ ਹੋਵੇ। ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਭਾਈ ਸੱਚਾ ਸਦੀਵੀ ਵਿਚਰਨ ਵਾਲਾ ਅਵਿਨਾਸੀ ਹੈ, ਸਿਰਜਣਹਾਰ ਜੀਓ। ਇਹ ਅਕਾਲ ਪੁਰਖ ਵਾਹਿਗੁਰੂ ਜੀ, ਆਪ ਜੀ ਸਾਰੀ ਦੁਨਿਆਈ ਦੀ ਮਹਾਰਾਜ ਸਿਰਜਣਾ ਕਰਨ ਵਾਲੇ ਹੋ, ਸਾਰੀ ਦੁਨਿਆਈ ਨੂੰ ਸਿਰਜ ਕਰਕੇ ਰਚ ਦੇਣ ਵਾਲੇ ਹੋ। ਜਿਨ ਇੱਕ ਮਨ ਧਿਆਇਆ ਤਿਨ ਸੁਖ ਪਾਇਆ, ਤੇ ਬਿਰਲੇ ਸੰਸਾਰ ਜਿਉ। ਸਤਿਗੁਰੂ ਮਹਾਰਾਜ ਸਾਹਿਬ ਜੀ ਫਰਮਾਉਂਦੇ ਆ, ਭਾਈ ਉਹ ਗੁਰਮੁਖ ਪੁਰਸ਼ ਵਿਰਲੇ ਐ, ਹੈਨ ਵਿਰਲੇ ਨਾਹੀ ਕਨੇ।
ਫੈਲ ਫਕੜ ਸੰਸਾਰ। ਬਿਰਲੇ ਆ, ਬਹੁਤੇ ਨਹੀਂ ਹੈਣ, ਪਰ ਉਹ ਜਿਹੜੇ ਵਿਰਲੇ ਆ ਜਿਨ੍ਹਾਂ ਨੇ ਇੱਕ ਮਨ ਚਿੱਤ ਕਰਕੇ ਧਿਆ ਲੈਣਾ ਕੀਤਾ, ਮਨ ਬਿਰਤੀਆਂ ਨੂੰ ਇਕਾਗਰ ਕਰਕੇ, ਚਿੱਤ ਦੇ ਵਿੱਚ ਇਕਾਗਰਤਾ ਧਾਰ ਕਰਕੇ, ਬਿਰਤੀ ਨੂੰ ਬਾਹਰੋਂ ਸੰਕੋਚ ਕਰਕੇ, ਅੰਤਰਮੁਖੀ ਕਰਕੇ, ਚਿੱਤ ਦੀ ਇਕਾਗਰਤਾ ਦੇ ਵਿੱਚ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ ਧਿਆਉਣਾ ਕੀਤਾ ਨਾ, ਤਿੰਨ ਸੁਖ ਪਾਇਆ। ਉਹਨਾਂ ਨੇ ਜੰਮਣ ਮਰਨ ਤੋਂ ਰਹਿਤ ਹੋ ਕਰਕੇ ਸदैव ਆਤਮਿਕ ਸੁਖ ਨੂੰ, ਅੰਦਰ ਦੇ ਸੁਖ ਨੂੰ ਪਾ ਲੈਣਾ ਕੀਤਾ ਹੈ। ਤਿਨ ਜਮ ਨੇੜ ਨ ਆਵੈ, ਗੁਰ ਸ਼ਬਦ ਕਮਾਵੈ, ਕਬਹੁ ਨ ਆਵੈ ਹਾਰ ਜਿਉ। ਸਾਹਿਬ ਜੀ ਫਰਮਾਉਂਦੇ ਨੇ, हे ਭਾਈ, ਗੁਰ ਸ਼ਬਦ ਕਮਾਵੈ, ਜਿਹੜੇ ਗੁਰੂ ਕੇ ਸਿੱਖ, ਗੁਰੂ ਕੇ ਪਿਆਰ ਵਾਲੇ ਗੁਰਮੁਖ ਜਨ ਗੁਰੂ ਕੇ ਪਾਵਨ ਸ਼ਬਦ ਦੀ ਕਮਾਈ ਕਰਦੇ ਨੇ, ਸ਼ਰਵਣ ਮੰਨਣ ਤੇ ਨਿਧਿਆਸਣ ਦੇ ਵਿੱਚ ਲਿਆ ਕਰਕੇ ਗੁਰੂ ਕੇ ਸ਼ਬਦ ਨੂੰ ਕਮਾਉਂਦੇ ਨੇ, ਆਪਣੇ ਜੀਵਨ ਦੇ ਵਿੱਚ ਗੁਰੂ ਕੇ ਸ਼ਬਦ ਦੀ ਕਮਾਈ ਕਰਦੇ ਆ, ਗੁਰੂ ਕੇ ਬਚਨਾਂ ਤੇ ਪਹਿਰਾ ਦਿੰਦੇ ਆ। ਜੋ ਸਤਿਗੁਰੂ ਜੀ ਸ਼ਬਦ ਦੇ ਵਿੱਚ ਹੁਕਮ ਕਰਦੇ ਨੇ ਉਹਨਾਂ ਨੂੰ ਆਪਣੇ ਜੀਵਨ ਦੇ ਵਿੱਚ ਧਾਰਨਾ ਕਰਦੇ, ਅਮਲਿਆਤ ਦੇ ਵਿੱਚ ਲੈ ਆਉਂਦੇ ਨੇ। ਐਸੇ ਜਿਹੜੇ ਗੁਰੂ ਕੇ ਸਿੱਖ ਆ ਨਾ, ਗੁਰੂ ਕੇ ਸ਼ਬਦ ਦੀ ਕਮਾਈ ਕਰਦੇ ਆ, ਗੁਰੂ ਕੇ ਸ਼ਬਦ ਤੇ ਪਹਿਰਾ ਦਿੰਦੇ ਆ, ਗੁਰੂ ਕਾ ਸ਼ਬਦ ਸ਼ਰਵਣ ਮੰਨਣ ਕਰਕੇ ਉਹਦੇ ਤੇ ਨਿਧਿਆਸਨ ਕਰਦੇ ਆ। ਤੇ ਐਸੇ ਜਿਹੜੇ ਗੁਰੂ ਕੇ ਗੁਰਮੁਖ ਸਿੱਖ ਆ, ਗੁਰੂ ਕੀ ਸ਼ਬਦ ਦੀ ਕਮਾਈ ਕਰਨ ਵਾਲੇ, ਸਾਹਿਬ ਜੀ ਕਹਿੰਦੇ ਜਮ ਉਹਨਾਂ ਦੇ ਨੇੜੇ ਵੀ ਨਹੀਂ ਆਉਂਦਾ। ਸਗੋਂ ਜਮ ਰਾਜੇ ਨੇ ਆਪਣੇ ਜਮਦੂਤਾਂ ਨੂੰ ਹੁਕਮ ਕਰਕੇ ਛੱਡਿਆ ਹੋਇਆ ਵੀ ਜਿੱਥੇ ਗੁਰਮੁਖ ਜਨ ਬੈਠੇ ਹੋਣ, ਗੁਰੂ ਕੇ ਸ਼ਬਦ ਦੀ ਕਮਾਈ ਕਰਨ ਵਾਲੇ ਬੈਠੇ ਹੋਣ, ਉਥੇ ਆਪ ਦੂਤਾਂ ਨੂੰ ਆਖਿਆ ਨਹੀਂ ਜਾਣਾ। ਜਿਹੇ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ, ਨਾ ਹੋ ਨਾ ਤੂੰ ਨਹਿ ਛੁਟ ਹੈ, ਨਿਕਟ ਨਾ ਜਾਈਓ ਦੂਤ। ਦੂਤਾਂ ਦੇ ਤਾਈਂ ਧਰਮ ਰਾਜਾ ਆਖਦਾ, ਜਿਹੇ ਸਾਧੂ, ਸਾਧੂ ਤੋਂ ਭਾਵ ਹੁੰਦਾ ਸਾਧਨਾ ਕਰਨ ਵਾਲਾ ਗੁਰਮੁਖ, ਗੁਰੂ ਕੇ ਸ਼ਬਦ ਨੂੰ ਕਮਾਉਣ ਵਾਲਾ ਗੁਰਮੁਖ, ਜਿੱਥੇ ਉਹ ਕਹਿੰਦੇ ਬੈਠੇ ਗੁਰੂ ਕੀ ਸ਼ਬਦ ਦੀ ਕਮਾਈ ਕਰਦੇ ਹੋਣ, ਸਾਧਨਾ ਕਰਦੇ ਹੋਣ ਗੁਰਮੁਖ ਜਨ, ਗੋਬਿੰਦ ਭਜਨ ਪਰਮੇਸ਼ਰ ਦਾ ਸਿਮਰਨ ਕਰ ਰਹੇ ਹੋਣ, ਕੀਰਤਨ ਨਾਨਕ ਨੀਤ, ਨਾਨਕ ਨਾਮ ਦੀ ਕੀਰਤੀ ਨੂੰ ਗਾ ਰਹੇ ਹੋਣ, ਗੁਰੂ ਸ਼ਬਦ ਦਾ ਕੀਰਤਨ ਕਰਦੇ ਹੋਣ, ਦੂਤਾਂ ਨੂੰ ਧਰਮ ਰਾਜਾ ਕਹਿੰਦਾ ਉੱਥੇ ਨਾ ਜਾਇਓ, ਨਹੀਂ ਤਾਂ ਕਹਿੰਦਾ ਜੇ ਚਲੇ ਗਏ ਨਾ ਹੋ ਨਾ ਤੂੰ ਨਹਿ ਛੁਟ ਹੈ। ਹੇ ਦੂਤੋ ਨਿਕਟ ਨਾ ਜਾਈਓ ਦੂਤ। ਉਹਨਾਂ ਗੁਰਮੁਖ ਜਨਾਂ ਦੇ ਨੇੜੇ ਨਹੀਂ ਜਾਣਾ, ਉਹਨਾਂ ਬੰਦਗੀ ਕਰਨ ਵਾਲਿਆਂ ਦੇ ਨੇੜੇ ਨਹੀਂ ਜਾਣਾ। ਨਾ ਤੁਹਾਡਾ ਛੁਟਕਾਰਾ ਹੋਵੇਗਾ ਰੱਬ ਦੀ ਦਰਗਾਹ 'ਚ, ਨਾ ਮੇਰਾ ਹੋਵੇਗਾ। ਧਰਮ ਰਾਜਾ ਦੂਤਾਂ ਦੇ ਤਾਈਂ ਆਖਦਾ। ਇਸ ਕਰਕੇ ਜਿਹੜਾ ਜਮਰਾਜ ਹੈ, ਜਮਦੂਤ ਹੈ, ਉਹ ਗੁਰਮੁਖ ਜਨਾਂ ਦੇ ਨੇੜੇ ਨਹੀਂ ਆਉਂਦੇ ਜਿਹੜੇ ਗੁਰੂ ਕੇ ਸ਼ਬਦ ਦੀ ਕਮਾਈ ਕਰਦੇ ਨੇ। ਕਬਹੁ ਨਾ ਆਵੇ ਹਾਰ ਜੀਓ। ਤੇ ਐਸੇ ਜਿਹੜੇ ਗੁਰੂ ਕੇ ਸ਼ਬਦ ਨੂੰ ਕਮਾਉਣ ਵਾਲੇ ਗੁਰਮੁਖ ਪੁਰਸ਼ ਹੈ, ਉਹ ਮਨੁੱਖਾ ਜਨਮ ਰੂਪੀ ਬਾਜੀ ਨੂੰ ਕਦੇ ਨਹੀਂ ਹਾਰਦੇ ਹਨ। ਤੇ ਕਬਹੁ ਨਾ ਹਾਰ ਹੈ, ਹਰ ਹਰ ਗੁਣ ਸਾਰ ਹੈ, ਤਿਨ ਜਮ ਨੇੜ ਨਾ ਆਵੇ। ਸਾਹਿਬ ਜੀ ਫਰਮਾਉਂਦੇ ਨੇ, ਹੇ ਭਾਈ, ਹੇ ਗੁਰੂ ਕੇ ਸਿੱਖੋ, ਜਿਹੜੇ ਗੁਰੂ ਕੇ ਸਿੱਖ, ਜਿਹੜੇ ਗੁਰੂ ਕੇ ਗੁਰਮੁਖ ਜਨ ਸਦਾ ਗੁਰੂ ਕੇ ਬਚਨਾਂ ਤੇ ਪਹਿਰਾ ਦਿੰਦੇ ਨੇ, ਗੁਰ ਸ਼ਬਦ ਦੀ ਕਮਾਈ ਕਰਦੇ ਨੇ, ਜਿਹੜੇ ਗੁਰਮੁਖ ਜਨਾਂ ਨੇ ਗੁਰੂ ਕੇ ਸ਼ਬਦ ਦੀ ਕਮਾਈ ਕਰਨੀ ਕੀਤੀ ਆ, ਉਹਨਾਂ ਦੇ ਜਮਨੇ ਤੇ ਨੇੜੇ ਭਲਾ ਕੀ ਆਉਣਾ। ਹਜੂਰ ਜੀ ਮਹਾਰਾਜ ਫਰਮਾਉਂਦੇ ਨੇ, ਉਹ ਜਿਹੜੇ ਗੁਰੂ ਕੇ ਸਿੱਖ ਨੇ ਨਾ, ਜਿਹੜੇ ਤੇ ਕਬਹੁ ਨਾ ਹਾਰ ਹੈ, ਹਰ ਹਰ ਗੁਣ ਸਾਰ ਹੈ, ਜਿਹੜੇ ਹਰੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਜੀ ਦੇ ਗੁਣਾਂ ਨੂੰ ਮੁਖੋਂ ਗਾ ਕਰਕੇ ਸਾਰ ਹੈ ਅਰਥਾਤ ਸੰਭਾਲਣਾ ਕਰਦੇ ਨੇ, ਮੁਖੋਂ ਉਚਰਣਾ ਕਰਦੇ ਨੇ, ਉਹ ਕਦੇ ਵੀ ਮਨੁੱਖਾ ਜਨਮ ਰੂਪੀ ਬਾਜੀ ਨੂੰ ਨਹੀਂ ਹਾਰਦੇ। ਤੇ ਉਹਨਾਂ ਦੇ ਜਮ ਰਾਜਾ ਕਹਿੰਦੇ ਕਦੇ ਵੀ ਨੇੜੇ ਨਹੀਂ ਹੁੰਦਾ। ਜੰਮਣ ਮਰਨ ਤਿਨਾ ਕਾ ਚੂਕਾ, ਜੋ ਹਰ ਲਾਗੇ ਪਾਵੈ। ਇਹ ਭਾਈ, ਜੋ ਹਰ ਸਾਰੇ ਜਗਤ ਦਾ ਰਚੇਤਾ, ਸਾਰੇ ਜਗਤ ਨੂੰ ਹਰਿਆ ਕਰਨ ਵਾਲਾ, ਹਰ ਅਰਥਾਤ ਸਾਰੇ ਜੀਵਾਂ ਦੇ ਦੁੱਖਾਂ ਨੂੰ ਹਰ ਲੈਣ ਵਾਲਾ, ਕੱਟ ਦੇਣ ਵਾਲਾ, ਐਸਾ ਜੋ ਹਰੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਆ, ਜਿਹੜੇ ਗੁਰਮੁਖ ਜਨ ਉਸ ਪਰਮੇਸ਼ਰ ਦੇ ਗੁਣਾਂ ਦੀ ਸਾਰ ਕਰਦੇ ਆ, ਉਹਦੇ ਗੁਣਾਂ ਨੂੰ ਸੰਭਾਲਦੇ ਆ। ਜੰਮਣ ਮਰਨ ਤਿਨਾ ਕਾ ਚੂਕਾ, ਪਰਮੇਸ਼ਰ ਵਾਹਿਗੁਰੂ ਤੁਠ ਕੱਢ ਕੇ, ਰੀਝ ਕਰਕੇ, ਗੁਰੂ ਨਾਨਕ ਦਿਆਲ ਹੋ ਕਰਕੇ ਉਹਨਾਂ ਗੁਰਮੁਖ ਜਨਾਂ ਦਾ ਇਹ ਜੰਮਣ ਮਰਨ ਰੂਪੀ ਜਿਹੜਾ ਜੰਜਾਲ ਹੈ, ਬੰਧਨ ਹੈ, ਇਹਨੂੰ ਚੂਕਾ ਖਤਮ ਕਰ ਦਿੰਦਾ ਹੈ। ਜੋ ਹਰ ਲਾਗੇ ਪਾਏ, ਜਿਹੜੇ ਹਰੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਜੀ ਦੇ
ਚਰਨੀ ਲੱਗ ਜਾਂਦੇ ਹਨ। ਗੁਰਮਤਿ ਹਰ ਰਸ ਹਰ ਫਲ ਪਾਇਆ, ਹਰ ਹਰ ਨਾਮ ਉਰ ਧਾਰ ਜਿਉ। ਸਾਹਿਬ ਜੀ ਫਰਮਾਉਂਦੇ ਨੇ, ਇਹ ਭਾਈ ਗੁਰਮਤਿ ਹਰ ਰਸ ਹਰ ਫਲ ਪਾਇਆ। ਗੁਰਮੁਖ ਜਨ ਜਿਨ੍ਹਾਂ ਨੇ ਗੁਰੂ ਕੀ ਮਤ ਗੁਰੂ ਕੀ ਦਿੱਤੀ ਸਿੱਖਿਆ ਤੇ ਚੱਲ ਕਰਕੇ ਹਰੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਜੋ ਸਾਰੇ ਜਗਤ ਨੂੰ ਹਰਿਆ ਕਰਨ ਵਾਲਾ, ਉਸ ਪਰਮੇਸ਼ਰ ਦੇ ਨਾਮ ਦੇ ਰਸ ਨੂੰ ਔਰ ਨਾਮ ਦਾ ਜਿਹੜਾ ਫਲ ਰੂਪ ਗਿਆਨ ਹੈ, ਨਾਮ ਦਾ ਫਲ ਗਿਆਨ ਪਾਇਆ, ਪ੍ਰਾਪਤ ਕਰ ਲੈਣਾ ਕੀਤਾ। ਹਰ ਹਰ ਨਾਮ ਔਰ ਧਾਰ ਜੀਓ। ਹਰੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਜੋ ਸਾਰਿਆਂ ਦੇ ਦੁੱਖਾਂ ਨੂੰ ਹਰ ਲੈਣ ਵਾਲਾ, ਸਾਰੀਆਂ ਪੀੜਾਵਾਂ ਨੂੰ ਹਰ ਲੈਣ ਵਾਲਾ, ਸਾਰੇ ਜੀਵ ਜਨਤਾ ਨੂੰ ਹਰੇ ਕਰ ਦੇਣ ਵਾਲਾ, ਜਿਨ੍ਹਾਂ ਗੁਰਮੁਖ ਜਨਾਂ ਨੇ ਉਸ ਅਕਾਲ ਪੁਰਖ ਵਾਹਿਗੁਰੂ ਜੀ ਦੇ ਚੇਤੇ ਨੂੰ, ਉਹਦੀ ਯਾਦ ਨੂੰ, ਉਹਦੀ ਬੰਦਗੀ ਨੂੰ ਔਰ ਧਾਰ ਹਿਰਦੇ ਦੇ ਵਿੱਚ ਧਾਰਨ ਕਰ ਲੈਣਾ ਕੀਤਾ ਹੈ। ਜਿਨ ਇੱਕ ਮਨ ਧਿਆਇਆ ਤਿਨ ਸੁਖ ਪਾਇਆ, ਤੇ ਬਿਰਲੇ ਸੰਸਾਰ ਜਿਉ। ਸਾਹਿਬ ਜੀ ਫਰਮਾਉਂਦੇ ਨੇ, ਐਸੇ ਗੁਰਮੁਖ ਜਨ ਭਾਈ ਸੰਸਾਰ ਤੇ ਵਿਰਲੇ ਹੀ ਐ, ਜਿਨ੍ਹਾਂ ਨੇ ਉਸ ਹਰੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਜੀ ਨੂੰ ਇੱਕ ਮਨ ਚਿੱਤ ਇਕਾਗਰ ਹੋ ਕਰਕੇ ਸੰਸਾਰ ਦੇ ਸਾਰੇ ਵਿਸ਼ੇ ਵਿਕਾਰਾਂ, ਸਾਰੀਆਂ ਵਾਸ਼ਨਾਵਾਂ, ਸਾਰੇ ਧੰਦਿਆਂ ਤੋਂ, ਸਾਰੀ ਮੋਹ ਮਾਇਆ ਤੋਂ ਨਿਰਲੇਪ ਹੋ ਕਰਕੇ ਇੱਕ ਮਨ ਚਿੱਤ ਇਕਾਗਰ ਹੋ ਕਰਕੇ ਧਿਆਇਆ, ਧਿਆਉਣਾ ਕੀਤਾ। ਐਸੇ ਗੁਰਮੁਖ ਜਨ ਸੰਸਾਰ ਤੇ ਵਿਰਲੇ ਹੀ ਹਨ। ਜਿਨ ਜਗਤ ਉਪਾਇਆ ਧੰਧੈ ਲਾਇਆ, ਤਿਸੈ ਵਿਟੋ ਕੁਰਬਾਨ ਜਿਉ। ਸਤਿਗੁਰਾਂ ਨੇ ਫਰਮਾਉਣਾ ਕੀਤਾ, ਜਿਨ ਜਗਤ ਉਪਾਇਆ, ਜਿਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਇਸ ਜਗਤ ਨੂੰ ਉਪਾਇਆ, ਪੈਦਾ ਕੀਤਾ, ਰਚਨਾ ਕੀਤਾ, ਤੇ ਜੀਵ ਦੀਆਂ ਵਾਸਨਾਵਾਂ ਅਨੁਕੂਲ, ਕਰਮਾਂ ਅਨੁਕੂਲ, ਪਰਾਰਬਧ ਅਨੁਕੂਲ ਸਾਰੇ ਜੀਵਾਂ ਨੂੰ ਵਾਸਨਾਵਾਂ ਅਨੁਸਾਰ ਧੰਦਿਆਂ ਦੇ ਵਿੱਚ ਲਾਇਆ ਹੋਇਆ, ਅਲੱਗ-ਅਲੱਗ ਧੰਦਿਆਂ ਦੇ ਵਿੱਚ ਲਾ ਦੇਣਾ ਕੀਤਾ। ਐਸੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਤੋਂ, ਦੀ ਕੁਦਰਤ ਤੋਂ ਅਸੀਂ ਬਲਿਹਾਰ ਕੁਰਬਾਨ ਜਾਂਦੇ ਹਾਂ। ਤਾਂ ਕਿ ਸੇਵ ਕਰੀਜੈ ਲਾਹਾ ਲੀਜੈ, ਹਰ ਦਰਗਹਿ ਪਾਈਐ ਮਾਣ ਜਿਉ। ਭਾਈ ਉਸ ਅਕਾਲ ਪੁਰਖ ਵਾਹਿਗੁਰੂ ਦੀ ਜਿਹੜੇ ਗੁਰਮੁਖ ਜਨ ਸੇਵਾ ਕਰਦੇ ਨੇ, ਹੱਥੀ ਸੇਵਾ ਕਰਦੇ ਨੇ, ਸੇਵ ਅਰਥਾਤ ਸੇਵਣਾ ਧਿਆਉਣਾ ਕਰਦੇ ਨੇ, ਉਹ ਮਨੁੱਖਾ ਜਨਮ ਦਾ ਲਾਹਾ ਖੱਟ ਲੈਂਦੇ ਹਨ, ਮਨੁੱਖਾ ਜਨਮ ਨੂੰ ਸਫਲਾ ਕਰਨ ਰੂਪੀ ਲਾਹਾ ਪ੍ਰਾਪਤ ਕਰ ਲੈਂਦੇ ਨੇ। ਇਸ ਕਰਕੇ ਇਹ ਭਾਈ ਗੁਰੂ ਕਿਉ ਸਿੱਖੋ, ਉਸ ਅਕਾਲ ਪੁਰਖ ਵਾਹਿਗੁਰੂ ਦੀ ਸੇਵਾ ਕਰਨੀ ਕਰੋ, ਨਿਰੰਤਰ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਸੇਵਣਾ ਕਰੋ, ਧਿਆਉਣਾ ਕਰੋ, ਮਨੁੱਖਾ ਜਨਮ ਦਾ ਇਹ ਭਾਰੀ ਲਾਹਾ ਖੱਟ ਲੈਣਾ ਕਰੋ, ਲਾਹਾ ਪ੍ਰਾਪਤ ਕਰ ਲੈਣਾ ਕਰੋ, ਜੋ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਸਾਰੇ ਸੰਸਾਰ ਦੇ ਵਿੱਚ ਸਾਰੇ ਜੀਵਾਂ ਨੂੰ ਅਲੱਗ-ਅਲੱਗ ਧੰਦਿਆਂ ਦੇ ਵਿੱਚ ਲਾ ਦਿੰਦਾ ਹੈ। ਹਰ ਦਰਗਹਿ ਪਾਈਐ ਮਾਣ ਜਿਉ। ਸਤਿਗੁਰਾਂ ਨੇ ਫਰਮਾਉਣਾ ਕੀਤਾ, ਜਿਹੜੇ ਗੁਰਮੁਖ ਪੁਰਸ਼ ਹੈ, ਜਿਹੜੇ ਭਾਈ ਸੇਵਾ ਕਰਕੇ, ਸਿਮਰਨ ਕਰਕੇ, ਅਕਾਲ ਪੁਰਖ ਵਾਹਿਗੁਰੂ ਨੂੰ ਸੇਵ ਧਿਆ ਕਰਕੇ ਮਨੁੱਖਾ ਜਨਮ ਦਾ ਭਾਰੀ ਲਾਹਾ ਪ੍ਰਾਪਤ ਕਰ ਲੈਂਦੇ ਆ, ਲਾਭ ਖੱਟ ਲੈਂਦੇ ਆ ਨਾ, ਤੇ ਉਹ ਅਕਾਲ ਪੁਰਖ ਵਾਹਿਗੁਰੂ ਦੀ ਦਰਗਾਹ ਦੇ ਵਿੱਚ, ਸੱਚਖੰਡ ਦੇ ਵਿੱਚ ਮਾਣ ਵਡਿਆਈ ਪ੍ਰਾਪਤ ਕਰਦੇ ਹਨ। ਹਰ ਦਰਗਹਿ ਮਾਨ ਸੋਈ ਜਨ ਪਾਵੈ, ਜੋ ਨਰ ਏਕ ਪਛਾਣੈ। ਸਤਿਗੁਰਾਂ ਨੇ ਫਰਮਾਉਣਾ ਕੀਤਾ, ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦੀ ਦਰਗਾਹ ਦਾ ਜਿਹੜਾ ਮਾਣ ਹੈ ਨਾ, ਦਰਗਾਹੀ ਮਾਣ ਹੈ, ਦਰਗਾਹੀ ਵਡਿਆਈ ਹੈ, ਦਰਗਾਹੀ ਸਨਮਾਨ ਉਹਨਾਂ ਗੁਰਮੁਖ ਜਨਾਂ ਨੂੰ ਪ੍ਰਾਪਤ ਹੁੰਦਾ ਹੈ, ਜਿਹੜੇ ਨਰ, ਜਿਹੜੇ ਜੀਵ ਸੰਸਾਰ ਦੇ ਵਿੱਚ ਆ ਕਰਕੇ ਬੰਦਗੀ ਕਰਦੇ ਆ, ਅੰਤਰ ਖੋਜ ਕਰਦੇ ਆ, ਹਿਰਦੇ ਰੂਪੀ ਘਟ ਦੇ ਵਿੱਚ ਉਸ ਅਕਾਲ ਪੁਰਖ ਵਾਹਿਗੁਰੂ ਇੱਕ ਪਰਮੇਸ਼ਰ ਨੂੰ ਪਛਾਣਿਆ ਜਾਣ ਲੈਂਦੇ, ਉਸ ਮਾਲਕ ਦੀ ਖੋਜ ਕਰ ਲੈਂਦੇ ਹਨ, ਲੱਭ ਲੈਂਦੇ ਹਨ। ਓਹੋ ਨਵ ਨਿਧ ਪਾਵੈ, ਗੁਰਮਤਿ ਹਰ ਧਿਆਵੈ, ਨਿਤ ਹਰ ਗੁਣ ਆਖ ਬਖਾਣੈ। ਇਹ ਭਾਈ ਜਿਹੜੇ ਗੁਰਮੁਖ ਜਨ ਗੁਰਮਤਿ ਧਿਆਵੈ, ਗੁਰੂ ਮਤ ਤੇ ਗੁਰੂ ਕੀ ਦਸੀ ਸਿੱਖਿਆ ਤੇ ਚੱਲ ਕਰਕੇ, ਪਹਿਰਾ ਦੇ ਕਰਕੇ, ਗੁਰੂ ਕੇ ਬਚਨਾਂ ਤੇ ਪਹਿਰਾ ਦੇ ਕਰਕੇ ਹਰੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਜੀ ਦੇ ਤਾਈਂ ਧਿਆਉਣਾ ਕਰਦੇ ਨੇ, ਤੇ ਨਿਤਾ ਪ੍ਰਤ
ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦੇ ਗੁਣਾਂ ਨੂੰ ਮੁਖੋਂ ਗਾਉਣਾ ਕਰਦੇ ਨੇ ਤੇ ਦੂਜਿਆਂ ਦੇ ਤਾਈਂ ਵੀ ਕਹਿੰਦੇ ਅਖਵਾਉਣਾ ਕਰਦੇ ਨੇ, ਦੂਜਿਆਂ ਤੋਂ ਵੀ ਗਵਾਉਣਾ ਕਰਦੇ ਨੇ। ਐਸੇ ਜਿਹੜੇ ਗੁਰਮੁਖ ਪੁਰਸ਼ ਆ ਨਾ, ਆਪ ਵੀ ਗੁਣ ਗਾਉਂਦੇ ਨੇ ਤੇ ਦੂਜਿਆਂ ਤੋਂ ਵੀ ਗਵਾਉਂਦੇ ਨੇ। ਉਹਨਾਂ ਗੁਰਮੁਖ ਤਾਈਂ ਸਿੱਖਾਂ ਦੇ ਤਾਈਂ ਮਹਾਰਾਜ ਕਹਿੰਦੇ ਉਹ ਨਵ ਨਿਧ ਪਾਵੈ। ਉਹ ਗੁਰੂ ਕੀ ਸਿੱਖਿਆ ਤੇ ਚੱਲਣ ਵਾਲੇ, ਗੁਰੂ ਕੇ ਸ਼ਬਦ ਤੇ ਪਹਿਰਾ ਦੇਣ ਵਾਲੇ, ਗੁਰੂ ਕੇ ਗੁਣ ਗਾਉਣ ਤੇ ਗਵਾਉਣ ਵਾਲੇ, 9 ਨਿਧਾਂ ਦੇ ਤਾਈਂ ਨਿਧ ਖਜ਼ਾਨੇ ਨੂੰ ਕਹਿੰਦੇ 9 ਪ੍ਰਕਾਰ ਦਾ ਖਜ਼ਾਨਾ, ਜਿਹਦੇ 'ਚ ਸਾਰੀ ਪਦਾਰਥ ਆ ਜਾਂਦੇ ਆ, ਸਾਰੀ ਸੁੱਖ ਆ ਜਾਂਦੇ ਨੇ। ਉਹ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਦਰ ਤੋਂ ਪ੍ਰਾਪਤ ਕਰ ਲੈਂਦੇ ਨੇ, ਕਿਉਂਕਿ ਕਲਗੀਧਰ ਮਹਾਰਾਜ ਕਹਿੰਦੇ ਤੇਗ ਬਹਾਦਰ ਸਿਮਰਿਆ ਘਰ 9 ਨਿਧਾਵੈ ਤਾਏ, ਸਭ ਥਾਈਂ ਹੋਏ ਸਹਾਏ। ਇਸ ਕਰਕੇ ਇਹ ਭਾਈ ਜਿਹੜੇ ਸਤਿਗੁਰਾਂ ਦੀ ਦਸੀ ਸਿੱਖਿਆ ਤੇ ਚੱਲਦੇ ਆ, ਆਪ ਗੁਣ ਮੁਖੋਂ ਗਾਉਂਦੇ ਆ, ਦੂਜਿਆਂ ਦੇ ਤਾਈਂ ਗਾਉਣ ਦਾ ਉਪਦੇਸ਼ ਕਰਦੇ ਨੇ, ਗਵਾਉਂਦੇ ਨੇ ਆਪ ਆਖ ਕਰਕੇ। ਉਹਨਾਂ ਸਾਰਿਆਂ ਨੂੰ 9 ਨਿਧਾਂ ਦੀ ਪ੍ਰਾਪਤੀ ਹੋ ਜਾਂਦੀ ਹੈ। ਐਹ ਨਿਸ ਨਾਮ ਤਿਸੈ ਕਾ ਲੀਜੈ, ਹਰ ਊਤਮ ਪੁਰਖ ਪਰਦਾਨ ਜਿਉ। ਸਾਹਿਬ ਜੀ ਫਰਮਾਉਂਦੇ ਨੇ, ਹੇ ਭਾਈ, ਹਰ ਜੋ ਸਾਰੇ ਜਗਤ ਨੂੰ ਹਰਿਆ ਕਰਨ ਵਾਲਾ ਹਰੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਪੁਰਖ ਪਰਿਪੂਰਨ ਹੈ, ਉਤਮ ਸ੍ਰੇਸ਼ਟ ਹੈ ਦੁਨਿਆਈ ਦੇ। ਉਹ ਕਹਿੰਦੇ ਸਭਨਾਂ ਦੇ ਵਿੱਚ ਸ੍ਰੇਸ਼ਟ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੈ ਨਾ। ਉਸ ਅਕਾਲ ਪੁਰਖ ਵਾਹਿਗੁਰੂ ਦਾ ਅਹਨਿਸ ਅਰਥਾਤ ਦਿਨ ਰਾਤ ਉਸ ਮਾਲਕ ਅਕਾਲ ਪੁਰਖ ਵਾਹਿਗੁਰੂ ਦਾ ਮੁਖੋਂ ਨਾਮ ਲੈਣਾ ਕਰੋ, ਜਪਣਾ ਕਰੋ ਸਤਨਾਮ ਸ਼੍ਰੀ ਵਾਹਿਗੁਰੂ, ਕਿਉਂਕਿ ਉਹ ਅਕਾਲ ਪੁਰਖ ਵਾਹਿਗੁਰੂ ਸਾਰੀ ਦੁਨਿਆਈ ਦੇ ਵਿੱਚ ਉਤਮ ਹੈ, ਸ੍ਰੇਸ਼ਟ ਹੈ, ਪੁਰਖ ਪਰਿਪੂਰਨ ਹੈ, ਸਾਰੀ ਦੁਨਿਆਈ ਦਾ ਪ੍ਰਧਾਨ ਕਰਤਾ ਧਰਤਾ ਮੋਢੀ ਉਹ ਅਕਾਲ ਪੁਰਖ ਵਾਹਿਗੁਰੂ ਹੈ। ਜਿਨ ਜਗਤ ਉਪਾਇਆ ਤੰਦੈ ਲਾਇਆ, ਹਾਂ ਤਿਸੈ ਬਿਟੋ ਕੁਰਬਾਨ ਜਿਉ। ਸਤਿਗੁਰੂ ਜੀ ਫਰਮਾਉਂਦੇ, ਭਾਈ ਜਿਨ ਜਗਤ ਉਪਾਇਆ, ਜਿਸ ਅਕਾਲ ਪੁਰਖ ਵਾਹਿਗੁਰੂ ਨੇ ਇਹ ਦੁਨਿਆਈ ਨੂੰ ਰਚ ਦੇਣਾ ਕੀਤਾ, ਸਾਰਾ ਸੰਸਾਰ ਸਿਰਜਿਆ, ਇਹ ਸਾਰੇ ਸੰਸਾਰ ਦੀ ਰਚਨਾ ਕੀਤੀ ਆ ਬੜੇ ਢੰਗ ਦੇ ਨਾਲ। ਉਸ ਅਕਾਲ ਪੁਰਖ ਵਾਹਿਗੁਰੂ ਜੀ ਵਰਗਾ ਦੂਜਾ ਕੋਈ ਰਚੇਤਾ ਨਹੀਂ ਹੋ ਸਕਦਾ। ਜਿਸ ਅਕਾਲ ਪੁਰਖ ਵਾਹਿਗੁਰੂ ਦੀ ਆਪਾਂ ਇਹ ਕੁਦਰਤ ਨੂੰ ਮੰਨ ਰਹੇ ਹਾਂ, ਉਸ ਮਾਲਕ ਨੇ ਸੂਰਜ ਸਿਰਜਿਆ, ਚੰਦਰਮਾ ਸਿਰਜਿਆ, ਸਾਰੀ ਦੁਨਿਆਈ ਸਿਰਜੀ ਆ, ਫਿਰ ਇਹ ਨੀਲਾ ਆਕਾਸ਼ ਸਿਰਜਿਆ। ਉਹਦੀ ਕੁਦਰਤ ਅਚਰਜ ਹੈ ਤੇ ਬੇਅੰਤ ਹੈ, ਹੈਰਾਨ ਕਰ ਦੇਣ ਵਾਲੀ ਹੈ। ਸਾਧ ਸੰਗਤ, ਆਪਾਂ ਕੋਈ ਵੀ ਇੱਕ ਕਿਣਕਾ ਮਾਤਰ ਨਹੀਂ ਹਵਾ 'ਚ ਖੜਾ ਸਕਦੇ, ਤੇ ਉਸ ਅਕਾਲ ਪੁਰਖ ਵਾਹਿਗੁਰੂ ਨੇ ਉਹਨੇ ਏਡਾ ਵੱਡਾ ਆਕਾਸ਼ ਨੀਲਾ, ਇਹਨੂੰ ਬਿਨਾਂ ਕਿਸੇ ਥੰਮਾ ਤੋਂ ਖੜਾ ਰੱਖਿਆ, ਬਿਨਾਂ ਥੰਮਾ ਤੋਂ ਖੜਿਆ। ਕਲਗੀਧਰ ਮਹਾਰਾਜ ਕਹਿੰਦੇ ਬਿਨ ਥੰਮਾ ਗਗਨ ਰਹਾਇਆ। ਉਹ ਐਸਾ ਅਕਾਲ ਪੁਰਖ ਵਾਹਿਗੁਰੂ ਹੈ, ਉਹਨੇ ਆਕਾਸ਼ ਕਹਿੰਦੇ ਬਿਨਾਂ ਕਿਸੇ ਥੰਮ ਤੋਂ, ਬਿਨਾਂ ਕੋਈ ਪੱਲਰ ਲਾਇਆ ਹੀ ਖੜਾ ਰੱਖਿਆ। ਤੇ ਜਦੋਂ ਮਾਲਕ ਦੁਨਿਆਈ ਨੂੰ ਸਿਰਜਦਾ, ਉਹਨੂੰ ਕੋਈ ਬਹੁਤਾ ਸਮਾਂ ਨਹੀਂ ਜੇ ਲੱਗਦਾ। ਸਿਰਜਦਾ ਕਿਵੇਂ ਆ? ਅੱਜ ਤੱਕ ਕੋਈ ਇਸ ਗੱਲ ਦੀ ਕਦੋਂ ਸਿਰਜਣਾ ਕੀਤੀ ਪਤਾ ਕਿਸੇ ਨੂੰ ਵੀ ਨਹੀਂ ਲੱਗਿਆ, ਖੋਜ ਕਿਸੇ ਤੋਂ ਨਹੀਂ ਹੋਈ ਕਿਹਨੇ ਕਿਵੇਂ ਕੀਤੀ। ਤੇ ਮੇਰੇ ਸਾਹਿਬ ਕਹਿੰਦੇ ਇੱਕ ਹੁਕਮ ਕਰਦਾ, ਇੱਕ ਵਾਰ ਮੁਖੋਂ ਬੋਲਦਾ, ਕੀਤਾ ਬਸਾਓ ਏਕੋ ਕਵਾਓ, ਤਿਸ ਤੇ ਹੋਏ ਲੱਖ ਦਰਿਆਓ। ਕੁਦਰਤ ਕਵਣ ਕਹਾ ਵਿਚਾਰ, ਵਾਰਿਆ ਨਾ ਜਾਵਾ ਇੱਕ ਵਾਰ। ਜੋ ਤੁਧ ਭਾਵੈ ਸਾਈ ਭਲੀਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਉਹ ਮਾਲਕ ਦੀ ਕੁਦਰਤ ਐਸੀ ਹੈ, ਮੇਰਾ ਬਾਬਾ ਕਹਿੰਦਾ ਮੈਂ ਕੁਰਬਾਨ ਜਾਨਾ ਤੇਰੀ ਕੁਦਰਤ ਤੋਂ, ਮੈਂ ਬਾਰ ਨੇ ਬਲਿਹਾਰ ਜਾਨਾ। ਤੂੰ ਮੁਖੋਂ ਇੱਕ ਵਾਰ ਹੁਕਮ ਕਰਦਾ, ਕੀਤਾ ਪਸਾਓ ਏਕੋ ਕਵਾਓ, ਇਹ ਸਾਰਾ ਪਸਾਰਾ ਰਚਿਆ ਜਾਂਦਾ, ਸਾਰੀ ਦੁਨਿਆਈ ਰਚੀ ਜਾਂਦੀ ਹੈ। ਮੁਖੋਂ ਇੱਕ ਵਾਰ ਬੋਲ ਕੇ ਉਹ ਇੱਕੋ ਵਾਰ ਬੋਲਦਾ, ਕਹਿੰਦਾ ਓੰਕਾਰ। ਉਹ ਇਨਾ ਕਹਿੰਦਾ ਤੇ ਫਿਰ ਉਹਦੇ ਓੰਕਾਰ ਕਹਿਣ ਤੋਂ ਓੰਕਾਰ ਬ੍ਰਹਮਾ ਉਤਪਤ, ਓੰਕਾਰ ਕੀਆ ਜਿਨ ਚਿਤ, ਓੰਕਾਰ ਸੈਲ ਜੁਗ ਭਏ, ਓੰਕਾਰ ਵੇਦ ਨਿਰਮਏ। ਉਹਦੇ ਓੰਕਾਰ ਕਹਿਣ ਤੇ ਸਾਰੀ ਰਚਨਾ ਹੋ ਜਾਂਦੀ ਹੈ। ਉਹਨੂੰ ਬਹੁਤਾ ਸਮਾਂ ਨਹੀਂ ਜੇ ਲੱਗਦਾ ਰਚਨਾ ਕਰਨ ਲੱਗਿਆ। ਉਹ ਮਾਲਕ ਰਚਨਾ ਕਰਦਾ ਤੇ ਇੱਕ ਹੁਕਮ ਕਰਦਾ, ਉਹਦੇ ਹੁਕਮ ਦੇ ਵਿੱਚ ਹੀ ਸਾਰੀ ਰਚਨਾ ਹੋ ਜਾਂਦੀ ਹੈ। ਤੇ ਜਾਣਦਾ ਕੋਈ ਨਹੀਂ ਕਿੰਨੀ ਤਰੀਕ ਸੀ, ਕਿਹੜਾ ਦਿਨ ਸੀ, ਕਿਹੜਾ ਮਹੀਨਾ ਸੀ, ਕਿਹੜੀ ਰੁੱਤ ਸੀ, ਕਿਹੜਾ ਸਾਲ ਸੀ, ਅੱਜ ਤੱਕ ਕਿਸੇ ਨੂੰ ਨਹੀਂ ਪਤਾ ਲੱਗਿਆ। ਕਿਉਂਕਿ ਥਿਤਵਾਰ ਨਾ ਜੋਗੀ ਜਾਣੈ, ਰੁੱਤ ਮਾਹੋ ਨਾ ਕੋਈ, ਜਾ ਕਰਤਾ ਸਿਰਠੀ ਕੋ ਸਾਜੇ, ਆਪੇ ਜਾਣੈ ਸੋਈ। ਉਹ ਮਾਲਕ ਜਦੋਂ ਦੁਨਿਆਈ ਨੂੰ ਰਚਦਾ ਉਹ ਤੇ ਆਪ ਜਾਣਦਾ,
ਨਹੀਂ ਕੋਈ ਨਹੀਂ ਜਾਣਦਾ। ਜੋਗੀਆਂ ਨੂੰ ਨਹੀਂ ਪਤਾ ਲੱਗਿਆ ਉਹਦੇ ਥਿਤ ਕਿਹੜੀ ਤਰੀਕ ਸੀ ਜਿੱਦੇ ਰੱਬ ਨੇ ਦੁਨਿਆਈ ਰਚੀ। ਥਿਤ ਕਿੰਨੀ ਤਰੀਕ ਸੀ ਕਿਸੇ ਜੋਗੀ ਨੂੰ ਨਹੀਂ ਪਤਾ, ਨਹੀਂ ਜਾਣਦੇ ਜੋਗੀ। ਥਿਤ ਵਾਰ ਨਾ ਜੋਗੀ ਜਾਣੈ, ਰੁੱਤ ਮਾਹੋ ਨਾ ਕੋਈ। 6 ਰੁੱਤਾਂ ਹੁੰਦੀਆਂ ਸਾਲ ਦੀਆਂ, 2 ਮਾਹ ਦੀ ਇੱਕ ਰੁੱਤ ਹੁੰਦੀ ਹੈ, ਸਾਲ ਦੇ 12 ਮਹੀਨੇ ਆ। 6 ਰੁੱਤਾਂ 'ਚ ਉਹਦੇ ਰੁੱਤ ਕਿਹੜੀ ਚੱਲਦੀ ਸੀ ਜਿੱਦੇ ਮਾਲਕ ਨੇ ਦੁਨਿਆਈ ਸਾਜੀ ਕਿਸੇ ਨੂੰ ਨਹੀਂ ਪਤਾ। ਮਾਹੋ 12 ਮਹੀਨੇ ਨੇ, 12 ਮਹੀਨਿਆਂ 'ਚੋਂ ਮਾਹੋ ਮਹੀਨਾ ਕਿਹੜਾ ਸੀ ਕਿਸੇ ਨੂੰ ਨਹੀਂ ਪਤਾ। ਤੇ ਜਾ ਕਰਤਾ ਸਿਰਠੀ ਕੋ ਸਾਜੇ, ਆਪੇ ਜਾਣੈ ਸੋਈ। ਮਾਲਕ ਜਦੋਂ ਦੁਨਿਆਈ ਨੂੰ ਰਚਦਾ ਹੈ ਨਾ, ਉਹ ਆਪ ਹੀ ਜਾਣਦਾ ਵੀ ਦੁਨਿਆਈ ਨੂੰ ਕਦੋਂ ਤੇ ਕਿਸ ਪ੍ਰਕਾਰ ਰਚਨਾ ਕੀਤਾ। ਮੇਰੇ ਬਾਬਾ ਕਹਿੰਦਾ ਵੀ ਉਹ ਇੱਕੋ ਵਾਰ ਹੁਕਮ ਕਰਦਾ ਤੇ ਸਾਰੀ ਦੁਨਿਆਈ ਰਚੀ ਜਾਂਦੀ। ਐਸਾ ਉਹ ਸਿਰਜਣਹਾਰ ਹੈ ਅਕਾਲ ਵਾਹਿਗੁਰੂ। ਗੁਰੂ ਜੀ ਕਹਿੰਦੇ ਜਿਹੜਾ ਐਸੀ ਸਿਰਜਣਾ ਕਰ ਦੇਣ ਵਾਲਾ ਅਕਾਲ ਪੁਰਖ ਗੁਰੂ ਹੈ ਨਾ, ਸਾਰੀ ਦੁਨਿਆਈ ਨੂੰ ਸਿਰਜਦਾ। ਉਸ ਅਕਾਲ ਪੁਰਖ ਵਾਹਿਗੁਰੂ ਤੋਂ, ਉਸ ਮਾਲਕ ਦੀ ਕੁਦਰਤ ਤੋਂ ਵਿਟਹੋਂ ਕੁਰਬਾਨੀ। ਮਹਾਰਾਜ ਕਹਿੰਦੇ ਭਾਈ ਉਹਦੀ ਕੁਦਰਤ ਤੋਂ ਕੁਰਬਾਨ ਜਾਨਾ, ਜਿਹਨੇ ਸਾਰੇ ਜਗਤ ਨੂੰ ਰਚ ਕੇ ਸਾਰੇ ਜੀਵਾਂ ਨੂੰ ਕਰਮਾਂ ਅਨੁਕੂਲ ਪਰਾਰਬਧ ਅਨੁਕੂਲ ਧੰਦਿਆਂ ਤੇ ਲਾ ਦੇਣਾ ਕੀਤਾ। ਮੈਂ ਉਸ ਮਾਲਕ ਦੀ ਕੁਦਰਤ ਤੋਂ, ਉਹਦੀ ਮਿਹਰਾਮਤ ਤੋਂ ਕੁਰਬਾਨ ਜਾਂਦਾ, ਬਲਿਹਾਰ ਜਾਂਦਾ ਹਾਂ। ਨਾਮ ਲੈਨ ਸੇ ਸੋਹੇ, ਤਿਨ ਸੁਖ ਫਲ ਹੋਵੈ। ਮਾਨਹਿ ਸੇ ਜਿਣ ਜਾਹੇ ਜਿਉ। ਸਤਿਗੁਰੂ ਜੀ ਫਰਮਾਉਂਦੇ ਨੇ ਨਾਮ ਲੈਨ ਸੇ ਸੋਹੈ। हे ਭਾਈ ਗੁਰੂ ਕੇ ਸਿੱਖੋ, ਜਿਹੜੇ ਗਜਨ, ਜਿਹੜੇ ਗੁਰਮੁਖ, ਜਿਹੜੇ ਨਾਮ ਰਸੀਏ ਪਿਆਰੇ, ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਨਾਮ ਆਪਣੇ ਮੁਖ ਤੋਂ ਜਪਦੇ ਨੇ, ਰਸਨਾ ਤੋਂ ਨਾਮ ਲੈਂਦੇ ਨੇ, ਆਖਦੇ ਨੇ ਸਤਨਾਮ ਸ਼੍ਰੀ ਵਾਹਿਗੁਰੂ। ਸੇ ਜਨ ਸੋ ਹੈ, ਉਹ ਭਾਈ ਕਨੇ ਸੋ ਹੈ। ਉਹ ਦੋਈ ਜਹਾਨੀ ਲੋਕ ਤੇ ਪਰਲੋਕ ਦੇ ਵਿੱਚ ਸੋਹਾ ਹੈ, ਸੋਭਾ ਪਾਉਂਦੇ ਆ। ਉਹਨਾਂ ਦੀ ਦੋਹੀ ਜਹਾਨੀ ਸੋਭਾ ਹੁੰਦੀ ਆ, ਉਹ ਸੋਭਨੀਕ ਹੋ ਜਾਂਦੇ ਨੇ। ਤਿੰਨ ਸੁਖ ਫਲ ਹੋਵੇ ਹੈ। ਉਹਨਾਂ ਨਾਮ ਜਪਣ ਵਾਲਿਆਂ ਨੂੰ ਸਾਰੀ ਸੁਖ ਸਾਰੀ ਫਲ ਪ੍ਰਾਪਤ ਹੋ ਜਾਂਦੇ ਹਨ। ਮਨ ਹੈ ਸੇ ਜਿਣ ਜਾਹੇ ਜਿਉ। ਭਾਈ ਗੁਰਮੁਖ ਜਨ ਗੁਰੂ ਕੀ ਸਿੱਖਿਆ ਨੂੰ, ਗੁਰੂ ਕੇ ਉਪਦੇਸ਼ਾਂ ਨੂੰ ਮਨ ਹੈ ਮੰਨਣਾ ਕਰਦੇ ਨੇ, ਮੰਨਣ ਦੇ ਵਿੱਚ ਲੈ ਕਰਕੇ ਆਉਂਦੇ ਨੇ। ਗੁਰੂ ਕੀ ਸਿੱਖਿਆ ਨੂੰ ਮੰਨ ਲੈਂਦੇ ਆ ਨਾ, ਸੇ ਜਣ ਜਾਹੇ ਜਿਉ, ਉਹ ਮਨੁੱਖਾ ਜਨਮ ਰੂਪੀ ਬਾਜੀ ਨੂੰ ਜਿੱਤ ਕਰਕੇ ਚਲੇ ਜਾਂਦੇ ਹਨ। ਤਿਨ ਫਲ ਟੂਟ ਨ ਆਵੈ, ਜਾ ਤਿਸ ਪਾਵੈ। ਜੇ ਜੁਗ ਕੀਤੇ ਜਾਹੇ ਜਿਉ। ਸਤਿਗੁਰੂ ਜੀ ਫਰਮਾਉਂਦੇ ਆ, ਜਿਹੜੇ ਗੁਰਮੁਖ ਜਨ ਹੈ ਨਾ, ਚਾਹੇ ਕਿੰਨੇ ਹੀ ਯੁੱਗ ਬਤੀਤ ਹੋ ਜਾਣ, ਕਿੰਨਾ ਹੀ ਲੰਬਾ ਸਮਾਂ ਲੰਘ ਜਾਵੇ, ਲੇਕਿਨ ਜਿਹੜੇ ਗੁਰਮੁਖ ਪੁਰਸ਼ ਹੈ ਨਾ, ਉਸ ਮਾਲਕ ਦੀ ਬੰਦਗੀ ਕਰਨ ਵਾਲੇ, ਉਹਦਾ ਨਾਮ ਲੈਣ ਵਾਲੇ ਆ, ਉਹਨਾਂ ਨੂੰ ਭਗਤੀ ਰੂਪੀ ਫਲ ਦੇ ਵਿੱਚ, ਗਿਆਨ ਰੂਪੀ ਫਲ ਦੇ ਵਿੱਚ ਕਦੇ ਵੀ ਤੋਟ ਕਮੀ ਨਹੀਂ ਆਉਂਦੀ ਹੈ। ਜੇ ਜੁਗ ਕੀਤੇ ਜਾਹੇ ਸੁਆਮੀ, ਤਿਨ ਫਲ ਟੂਟ ਨ ਆਵੈ। ਸਤਿਗੁਰੂ ਜੀ ਫਰਮਾਉਂਦੇ ਆ, ਇਹ ਭਾਈ ਕਿੰਨੇ ਯੁੱਗ ਕਿਉਂ ਨਾ ਬਤੀਤ ਹੋ ਜਾਣ, ਜਿੰਨਾ ਚਾਹੇ ਯੁਗਾਂ ਦੇ ਇੱਕ ਯੁੱਗ ਦੀ ਉਮਰ ਬਹੁਤ ਲੰਬੀ ਹੁੰਦੀ ਆ, ਕਿੰਨੇ ਯੁੱਗ ਕਿਉਂ ਨਾ ਲੰਘ ਜਾਣ, ਕਿੰਨਾ ਹੀ ਸਮਾਂ ਬਤੀਤ ਨਾ ਕੀਤਾ ਹੋ ਜਾਵੇ, ਲੇਕਿਨ ਜਿਹੜੇ ਗੁਰਮੁਖ ਪੁਰਸ਼ ਆ ਨਾ, ਜਿਨ੍ਹਾਂ ਤੇ ਸੁਆਮੀ ਮਾਲਕ ਰੀਝ ਜਾਂਦਾ, ਜਿਨ੍ਹਾਂ ਤੇ ਸੁਆਮੀ ਕਿਰਪਾ ਕਰ ਦਿੰਦਾ, ਗੁਰੂ ਨਾਨਕ ਦਿਆਲ ਹੋ ਜਾਂਦਾ, ਕਲਗੀਧਰ ਮਹਾਰਾਜ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਤੁਰ ਉੱਠ ਜਾਂਦੇ ਆ, ਗੁਰੂ ਤੇਗ ਬਹਾਦਰ ਸਾਹਿਬ ਜੀ ਦਿਆਲ ਹੋ ਜਾਂਦੇ ਆ। ਉਹਨਾਂ ਨੂੰ ਕਦੇ ਵੀ ਕਿਸੇ ਪ੍ਰਕਾਰ ਦੀ ਜੀਵਨ ਦੇ ਵਿੱਚ ਕਹਿੰਦੇ ਤੋਟ ਕਮੀ ਨਹੀਂ ਆਉਂਦੀ, ਕਿਸੇ ਸੁੱਖ ਦੀ ਕਮੀ, ਕਿਸੇ ਸਾਧਨ ਦੀ ਕਮੀ ਨਹੀਂ ਆਉਂਦੀ। ਉਹਨਾਂ ਗੁਰਮੁਖ ਜਨਾਂ ਦੇ ਜਿਹੜੇ ਭੰਡਾਰੇ ਆ, ਉਹ ਸਦਾ ਪਰਿਪੂਰਨ ਰਹਿੰਦੇ ਨੇ, ਤੇ ਉਹਨਾਂ ਦਾ ਜੋ ਆਤਮਿਕ ਭੰਡਾਰਾ, ਉਹ ਨਾਮ ਤੇ ਬੰਦਗੀ ਦੇ ਨਾਲ ਪਰਿਪੂਰਨ ਰਹਿੰਦਾ। ਉਹਨਾਂ ਨੂੰ ਬੰਦਗੀ ਦੀ, ਨਾਮ ਦੀ, ਸਿਮਰਨ ਦੀ ਕਦੇ ਕਮੀ ਨਹੀਂ ਆਉਂਦੀ ਹੈ। ਤਿਨ ਜਰਾ ਨ ਮਰਨਾ, ਨਰਕ ਨ ਪਰਣਾ, ਜੋ ਹਰ ਨਾਮ ਤੇ ਆਵੈ। ਇਹ ਭਾਈ ਜਿਹੜੇ ਹਰੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਨਾਮ ਨੂੰ ਧਿਆਉਂਦੇ, ਧਿਆਉਣਾ ਕਰਦੇ ਆ ਨਾ, ਉਸ ਮਾਲਕ ਦੇ ਨਾਮ ਦਾ ਚਿੰਤਨ ਕਰਦੇ ਆ, ਆਰਾਧਨ ਕਰਦੇ ਆ, ਨਿਰੰਤਰ ਸਵਾਸ ਸਵਾਸ ਸਿਮਰਨ ਕਰਦੇ ਆ, ਨਾਮ ਦਾ ਜਪ ਕਰਦੇ ਆ ਨਾ ਗੁਰਮੁਖ ਜਨ। ਐਸੇ ਜਿਹੜੇ ਗੁਰਮੁਖ ਜਨ ਆ, ਨਾਮ ਜਪਣ ਵਾਲੇ ਆ, ਮਹਾਰਾਜ ਫਰਮਾਉਂਦੇ ਆ, ਤੈਨੂੰ ਜਰਾ ਨਾ ਮਰਨਾ। ਜਰਾ ਭਾਈ ਬੜੇਪੇ ਨੂੰ ਕਹਿੰਦੇ ਆ। ਬੜੇਪਾ ਜਿਹੜਾ ਸਰੀਰ ਦਾ ਬੜੇਪਾ, ਇਹ ਸਰੀਰ ਦਾ ਸੁਭਾਅ ਉਮਰ ਕਰਕੇ ਸਦਾ
ਸਾਰਿਆਂ ਤੇ ਇੱਕ ਵਾਰ ਆਉਂਦਾ, ਲੇਕਿਨ ਜਿਹੜੇ ਗੁਰਮੁਖ ਪੁਰਸ਼ ਹੈ, ਮਹਾਰਾਜ ਕਹਿੰਦੇ ਗੁਰਮੁਖ ਬੁੱਢੇ ਕਦੇ ਨਾ, ਗੁਰਮੁਖ ਜਨ ਕਦੇ ਵੀ ਬੁੱਢੇ ਨਹੀਂ ਆਉਂਦੇ। ਉਹਨਾਂ ਦੇ ਸਰੀਰ ਕਦੇ ਵੀ ਉਹਨਾਂ ਨੂੰ ਜਰਾ ਕਰਕੇ, ਜਿਹੜੇ ਜਰਾ ਬੁਢੇਪੇ ਦੇ ਦੁੱਖ ਆ, ਬਜ਼ੁਰਗੀ ਦੇ ਦੁੱਖ ਆ, ਦੁੱਖਾਂ ਰੂਪੀ ਜਿਹੜੀ ਇਹ ਜਰਾ ਨਾ, ਇਹ ਕਦੇ ਵੀ ਗੁਰਮੁਖ ਜਨਾਂ ਦੇ ਨੇੜੇ ਨਹੀਂ ਆਉਂਦੀ। ਮਰਨਾ ਮੌਤ ਸਰੀਰ ਦਾ ਸੁਭਾਵ ਹੈ, ਸਾਰਿਆਂ ਨੂੰ ਆਉਂਦੀ, ਆਪਾਂ ਪਿੱਛੇ ਸਰਵਣ ਕੀਤਾ। ਲੇਕਿਨ ਜਿਹੜੀ ਵਿਸ਼ੇ ਵਿਕਾਰਾਂ ਕਰ ਕਰਕੇ, ਵਿਸ਼ੇ ਵਿਕਾਰਾਂ ਦੀ ਤਪਸ ਦੇ ਵਿੱਚ ਸੜ ਕਰਕੇ ਜਿਹੜੀ ਮਰ ਜਾਣਾ, ਅੰਤਰੀਵੀ ਜਿਉਂਦੇ ਹੀ ਮਰ ਜਾਣਾ, ਜਿਹੜਾ ਵਿਸ਼ੇ ਵਿਕਾਰਾਂ ਦੀ ਅਗਨੀ ਦੇ ਵਿੱਚ ਜਲ ਕਰਕੇ, ਐਸੀ ਜਿਹੜੀ ਮੌਤ ਹੈ ਉਹ ਗੁਰਮੁਖ ਜਨਾਂ ਨੂੰ ਨਹੀਂ ਆਉਂਦੀ। ਜਿਹੜੀ ਦੂਜੀ ਮੌਤ ਆ ਸਦੀਵੀ ਆ, ਸਦਾ ਸਾਰਿਆਂ ਨੂੰ ਆਉਣੀ ਆ, ਉਸ ਮੌਤ ਦਾ ਤੇ ਗੁਰਮੁਖ ਜਨ ਭੈ ਹੀ ਨਹੀਂ ਕਰਦੇ, ਉਹਨਾਂ ਨੂੰ ਕੋਈ ਡਰ ਹੀ ਨਹੀਂ। ਬਾਬਾ ਕਬੀਰ ਸਾਹਿਬ ਕਹਿੰਦੇ ਕਬੀਰ ਮੋਹੇ ਮਰਨੇ ਕਾ ਚਾਉ ਹੈ, ਮਰੋਂ ਤਾਂ ਹਰ ਕੇ ਦੁਆਰ। ਉਹ ਤੇ ਗੁਰਮੁਖ ਜਨ ਕਹਿੰਦੇ ਸਾਨੂੰ ਮਰਨ ਦਾ ਚਾਅ ਅਸੀਂ ਡੀਕਦੇ ਆ। ਚਾਹ ਗੁਰਮੁਖ ਜਨਾਂ ਦੇ ਵਿੱਚ, ਗੁਰਮੁਖ ਪੁਰਸ਼ ਮੌਤ ਤੋਂ ਡਰਦੇ ਨੇ। ਲੇਕਿਨ ਜਿਹੜੀ ਭੈ ਰੂਪੀ ਮੌਤ ਹੈ ਨਾ, ਦੁੱਖਾਂ ਪਾਪਾਂ ਵਾਲੀ ਮੌਤ ਆ, ਐਸੀ ਮੌਤ ਜਿਹੜੀ ਗੁਰਮੁਖ ਜਨਾਂ ਨੂੰ ਕਦੇ ਵੀ ਨਹੀਂ ਆਉਂਦੀ। ਜਿਹੜੇ ਗੁਰਮੁਖ ਪੁਰਸ਼ ਹਰੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਜੀ ਦਾ ਸਵਾਸ ਸਵਾਸ ਸਿਮਰਨ ਕਰਦੇ ਆ, ਨਾਮ ਜਪਦੇ ਆ, ਤੇ ਜਦੋਂ ਗੁਰਮੁਖ ਜਨ ਸਰੀਰ ਛੱਡ ਕੇ ਚਲੇ ਵੀ ਜਾਂਦੇ ਆ, ਉਦੋਂ ਵੀ ਨਰਕ ਨਾ ਪਰਣਾ। ਜਿਹੜੇ 18 ਪ੍ਰਕਾਰ ਦੇ ਕੁੰਭੀ ਕੋੜੀ ਨਰਕ ਆ, ਉਹਨਾਂ ਨਰਕਾਂ ਦੇ ਵਿੱਚ ਗੁਰਮੁਖ ਜਨਾਂ ਨੂੰ ਨਹੀਂ ਪੈਣਾ ਪੈਂਦਾ। ਜੋ ਹਰ ਨਾਮ ਧਿਆਵੈ ਹਰ ਹਰ ਕਰਹਿ ਸੇ ਸੁਖੈ ਨਾਹੀ, ਨਾਨਕ ਪੀੜ ਨਾ ਖਾਹੇ ਜਿਉ। ਸਤਿਗੁਰੂ ਮਹਾਰਾਜ ਜੀ ਨੇ ਫਰਮਾਉਣਾ ਕੀਤਾ, ਹੈ ਭਾਈ ਜਿਹੜੇ ਹਰੀ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਜਪਦੇ ਆ, ਮੁਖੋਂ ਹਰ ਹਰ ਉਚਰਦੇ ਆ। ਪਹਿਲੇ ਹਰ ਦਾ ਅਰਥਾਤ ਸਾਰੇ ਜਗਤ ਨੂੰ ਹਰਿਆ ਕਰਨ ਵਾਲਾ, ਦੂਜਾ ਹਰ ਅਰਥਾਤ ਸਭ ਦੇ ਦੁੱਖਾਂ ਨੂੰ ਪੀੜਾਵਾਂ ਨੂੰ ਹਰ ਲੈਣ ਵਾਲਾ। ਜਿਹੜੇ ਉਸ ਪੀੜਾਵਾਂ ਨੂੰ ਹਰ ਲੈਣ ਵਾਲੇ, ਦੁੱਖਾਂ ਨੂੰ ਹਰ ਲੈਣ ਵਾਲੇ ਹਰੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਨਾਮ ਮੁਖੋਂ ਜਪਦੇ ਆ, ਨਾਮ ਉਚਰਦੇ, ਆਖਦੇ ਨੇ ਸਤਨਾਮ ਸ਼੍ਰੀ ਵਾਹਿਗੁਰੂ ਸੇ ਸੁਖੈ ਨਾਹੀ। ਉਹਨਾਂ ਨੂੰ ਕਦੇ ਵੀ ਭਾਈ ਵਿਛੋੜੇ ਰੂਪੀ ਸੋਕਾ, ਗਮ ਰੂਪੀ ਜਿਹੜਾ ਸੋਕਾ ਹੈ ਨਾ, ਪ੍ਰਭੂ ਦੇ ਵਿਛੋੜੇ ਦੇ ਵਿੱਚ ਆ ਕਰਕੇ, ਐਸਾ ਗਮ ਰੂਪੀ ਸੋਕਾ ਗੁਰਮੁਖ ਪੁਰਸ਼ਾਂ ਨੂੰ ਨਹੀਂ ਪੈਂਦਾ। ਉਹ ਗੁਰਮੁਖ ਜਨ ਕਦੇ ਵੀ ਪ੍ਰਭੂ ਦੇ ਵਿਛੋੜੇ ਦੇ ਵਿੱਚ ਸੁੱਕਦੇ ਨਹੀਂ ਹੈ ਨਾ। ਨਾਨਕ ਪੀੜ ਨਾ ਖਾਹੇ ਜਿਉ। ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹੇ ਭਾਈ ਉਹ ਜਿਹੜੇ ਗੁਰਮੁਖ ਪੁਰਸ਼ ਆ, ਉਹਨਾਂ ਨੂੰ ਪ੍ਰਮਾਤਮਾ ਦੇ ਵਿਛੋੜੇ ਰੂਪੀ ਪੀੜਾ ਜਿਹੜੀ ਵੇਦਨ ਆ, ਜਾਂ ਜੰਮਣ ਮਰਨ ਰੂਪੀ ਜਿਹੜੀ ਵੱਡੀ ਪੀੜਾ, ਐਸੀ ਪੀੜਾ ਗੁਰਮੁਖ ਜਨਾਂ ਨੂੰ ਖਾਹੇ ਸਹਾਰਣੀ ਨਹੀਂ ਪੈਂਦੀ। ਨਾਮ ਲੈਣ ਸੇ ਸੋਹੇ ਤਿਨ ਸੁਖ ਫਲ ਹੋਵੈ, ਮਾਨ ਹੈ ਸੇ ਜਿਣ ਜਾਹੇ ਜਿਉ। ਸਤਿਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਪਾਵਨ ਸ਼ਬਦ ਦੀ ਆਖੀਰੀ ਪੰਕਤੀ 'ਚ ਬਚਨ ਫਰਮਾਉਂਦੇ ਨੇ, ਨਾਮ ਲੈਣ ਸੇ ਸੋਹੈ ਤਿਨ ਸੁਖ ਫਲ ਹੋਵੈ। हे ਭਾਈ ਜਿਹੜੇ ਗੁਰਮੁਖ ਜਨ, ਜਿਹੜੇ ਨਾਮ ਰਸੀਏ, ਨਾਮ ਲੈਣ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਨਾਮ ਮੁਖੋਂ ਲੈਂਦੇ ਨੇ, ਅਰਥਾਤ ਜਪਦੇ ਨੇ, ਆਖਦੇ ਨੇ ਸਤਨਾਮ ਸ਼੍ਰੀ ਵਾਹਿਗੁਰੂ, ਤਿੰਨ ਸੁਖ। ਉਹ ਜਿਹੜੇ ਗੁਰਮੁਖ ਜਨ ਹੈ, ਤਿੰਨ ਸੁਖ ਫਲ ਹੋਵੈ। ਉਹਨਾਂ ਨੂੰ ਜੀਵਨ ਦੇ ਸਾਰੇ ਦੁਨਿਆਵੀ ਸੁੱਖ ਵੀ ਮਿਲ ਜਾਂਦੇ ਨੇ, ਤੇ ਅੰਤਰੀਵ ਆਤਮਿਕ ਸੁੱਖ ਦੀ ਪ੍ਰਾਪਤੀ ਹੁੰਦੀ ਹੈ, ਤੇ ਫਲ ਸਰੂਪ ਦੇ ਵਿੱਚ ਬੰਦਗੀ ਦਾ ਫਲ ਗਿਆਨ ਪ੍ਰਾਪਤ ਹੁੰਦਾ। ਐਸੇ ਜਿਹੜੇ ਗੁਰਮੁਖ ਪੁਰਸ਼ ਹੈ ਨਾ, ਮਨ ਹੈ ਗੁਰੂ ਕੇ ਬਚਨਾਂ ਦਾ ਮੰਨਣ ਕਰਦੇ ਆ, ਗੁਰੂ ਕੇ ਬਚਨਾਂ ਨੂੰ ਮੰਨ ਕਰਕੇ ਜੀਵਨ 'ਚ ਕਮਾਉਣਾ ਕਰਦੇ ਆ, ਬਚਨਾਂ ਤੇ ਪਹਿਰਾ ਦਿੰਦੇ ਆ, ਬਾਬੇ ਦੀ ਗੱਲ ਮੰਨਦੇ ਆ, ਸੇ ਜਣ ਜਾਹੇ ਜੀਓ। ਉਹ ਭਾਈ ਮਨੁੱਖਾ ਜਨਮ ਰੂਪੀ ਬਾਜੀ ਨੂੰ ਸਦਾ ਵਾਸਤੇ ਕਹਿੰਦੇ ਜਿੱਤ ਕਰਕੇ ਸੰਸਾਰ ਤੋਂ ਮਨੁੱਖਾ ਜਨਮ ਸਫਲਾ ਕਰਕੇ ਚਲੇ ਜਾਂਦੇ ਆ। ਉਹਨਾਂ ਗੁਰਮੁਖ ਜਨਾਂ ਦਾ ਮਨੁੱਖਾ ਜਨਮ ਸਫਲਾ ਹੋ ਜਾਂਦਾ। ਸਾਹਿਬ ਜੀ ਕਹਿੰਦੇ ਆਇਆ ਸਫਲ ਤਾਹੂ ਕੋ ਗਨੀਆਂ, ਜਾਸ ਰਸਨ ਹਰ ਹਰ ਜਸ ਭਨੀਏ। ਆਪਾਂ ਸਾਰੇ ਗੁਰੂ ਕੇ ਇਸ ਪਾਵਨ ਉਪਦੇਸ਼ ਨੂੰ ਸ਼ਰਵਣ ਮੰਨਣ ਕਰਕੇ ਜੀਵਨ ਦੇ ਵਿੱਚ ਕਮਾਉਣ ਦਾ ਯਤਨ ਕਰੀਏ, ਤਾਂ ਜੋ ਆਪਣਾ ਜੀਵਨ ਕਿਰਤਾਰਥ ਹੋ ਜਾਵੇ। ਸਾਹਿਬ ਜੀ ਦਇਆ ਕਰਨ, ਦਸਰੇ ਪਾਸੋਂ ਗੁਰੂ ਕੀ ਤਾਬਿਆ ਬੈਠ ਕਰਕੇ ਪਾਵਨ ਬਾਣੀ ਦੀ ਵਿਚਾਰ ਕਰਦੇ ਆ। ਬੇਅੰਤ ਪ੍ਰਕਾਰ ਦੀਆਂ ਭੁੱਲਾਂ ਹੋਈਆਂ, ਦਾਸ ਸ਼ੁਕਰਾਨਾ ਕਰਦਾ ਸਾਰੀ ਸੰਗਤ ਦਾ ਸੇਵਕ ਦੀਆਂ ਹੋਈਆਂ ਭੁੱਲਾਂ ਨੂੰ ਆਪ ਗੁਰੂ ਕੀ ਸੰਗਤ ਬਖਸ਼ਣਹਾਰ ਹੋ।
ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਬਖਸ਼ਣ ਯੋਗ ਨੇ। ਨੌਵੇਂ ਨਾਨਕ ਸਤਿਗੁਰੂ ਬਖਸ਼ਣ ਵਾਲੇ ਨੇ। ਕਿਰਪਾ ਕਰਕੇ ਬਖਸ਼ ਲੈਣਾ। ਅਣਜਾਣ ਸੇਵ ਕਰਕੇ ਹੋਈਆਂ ਭੁੱਲਾਂ ਨੂੰ ਬਖਸ਼ ਦੇਣਾ ਜੀ। ਦਸਰੇ ਨੂੰ ਅਸੀਸ ਬਖਸ਼ਿਸ਼ ਕਰਨੀ। ਸੋ ਦੇਹੋ ਸੱਜਣ ਅਸੀਸੜੀਆ ਜਿਉ ਹੋਵੈ ਸਾਹਿਬ ਸਿਓ ਮੇਲ। ਲਿਖੈ ਕਤਹਿ ਨਾ ਛੂਟੀਐ ਖਿਨ ਖਿਨ ਭੂਲਨ ਹਾਰ। ਬਖਸ਼ਨ ਹਾਰ ਬਖਸ਼ ਲੈ ਨਾਨਕ ਪਾਰ ਉਤਾਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਮ